ਸਤਨਾਮ ਵਾਹਿਗੁਰੂ ਸਾਹਿਬ ਜੀ। ਗੁਰ ਬਿਨਾ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੈ। ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨ ਪਾਵੈ। ਗੁਰ ਕਰ ਸਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਗੁਰ ਕਰ ਸ਼ਬਦ ਸਪੁਨ, ਅਘਨ ਕਟਹਿ ਸਭ ਤੇਰੇ। ਗੁਰ ਨੈਣ ਬੈਨ ਗੁਰ ਗੁਰ ਕਰੋ, ਗੁਰੂ ਸਤ ਕਵ ਨਲ ਕਹੈ। ਜਿਨ ਗੁਰ ਨਹ ਦੇਖਿਓ ਨਹ ਕੀਓ, ਤੇ ਅਕਿਆਥ ਸੰਸਾਰ ਮੈਂ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ। ਰਾਖੋ ਰਾਖਨ ਹਾਰ ਦਇਆਲਾ, ਨਾਨਕ ਘਰ ਕੇ ਗੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਮਨ ਮੁਖ ਅੰਧ ਕਰੇ ਚਤੁਰਾਈ, ਭਾਣਾ ਨ ਮੰਨੇ ਬਹੁਤ ਦੁਖ ਪਾਈ। ਭਰਮੇ ਭੂਲਾ ਆਵੈ ਜਾਏ, ਘਰ ਮਹਿਲ ਨ ਕਬਹੂ ਪਾਇੰਦਾ। ਮਨ ਮੁਖ ਅੰਧ ਕਰੇ ਚਤੁਰਾਈ, ਭਾਣਾ ਨਾ ਮੰਨੇ ਬਹੁਤ ਦੁਖ ਪਾਈ। ਭਰਮੇ ਭੂਲਾ ਆਵੈ ਜਾਏ, ਘਰ ਮਹਿਲ ਨਾ ਕਬਹੂ ਪਾਇੰਦਾ। ਸਤਿਗੁਰ ਮੇਲੇ ਦੇ ਵਡਿਆਈ, सतगुर की सेवा धुर पुरमाई।
ਸਤਿਗੁਰ ਸੇਵੇ ਤਾ ਨਾਮ ਪਾਏ, ਨਾਮੇ ਹੀ ਸੁਖ ਪਾਇੰਦਾ। ਸਭ ਨਾਵਹੁ ਉਪਜੈ, ਨਾਵਹੁ ਚੀਜੈ, ਗੁਰ ਕਿਰਪਾ ਤੇ ਮਨ ਤਨ ਭੀਜੈ। ਰਸਨਾ ਨਾਮ ਧਿਆਏ ਰਸ ਭੀਜੈ, ਰਸ ਹੀ ਤੇ ਰਸ ਪਾਇੰਦਾ। ਮਹਿਲੇ ਅੰਦਰ ਮਹਿਲ ਕੋ ਪਾਏ, ਗੁਰ ਕੈ ਸ਼ਬਦ ਸੱਚ ਚਿਤ ਲਾਏ। ਜਿਸਨੋ ਸੱਚ ਦੇ ਸੋਈ ਸੱਚ ਪਾਏ, ਸੱਚੇ ਸੱਚ ਮਿਲਾਇੰਦਾ। ਗੁਰ ਕੈ ਸ਼ਬਦ ਸੱਚ ਚਿਤ ਲਾਏ, ਜਿਸਨੋ ਸੱਚ ਦੇ ਸੋਈ ਸੱਚ ਪਾਏ। ਸੱਚੇ 5 ਤੋਂ 8 ਤੱਕ ਮੁਬਾਰਕ ਬਚਨਾਂ ਦੀ ਸਾਂਝ ਪਾਠ ਰੂਪ ਵਿੱਚ ਦਾਸ ਨੇ ਆਪ ਜੀ ਨਾਲ ਕੀਤੀ ਹੈ। ਇਹ ਮੁਬਾਰਕ ਬਚਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਅੰਗ 1064 ਤੇ ਮਾਰੂ ਰਾਗ ਦੇ ਅੰਦਰ ਗੁਰੂ ਅਮਰਦਾਸ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਹੋਇਆ ਹੈ। ਆਓ ਭਾਗਾਂ ਵਾਲਿਓ, ਇਹਨਾਂ ਪਾਵਨ ਬਚਨਾਂ ਦੇ ਅੰਦਰ ਸਹਿਬ ਸਤਿਗੁਰੂ ਨਿਮਰਤਾ ਦੇ ਪੁੰਜ ਤੀਸਰੇ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਸਾਡੇ ਤੇ ਕੀ ਰਹਿਮਤਾਂ ਬਖਸ਼ਿਸ਼ਾਂ ਕਰ ਰਹੇ ਹਨ। ਆਪਾਂ ਇਸ ਪਾਵਨ ਬਚਨ ਦੀ ਵਿਚਾਰ ਨਾਲ ਜੁੜਨਾ ਹੈ। ਜਿੱਥੇ ਆਪਾਂ ਅੱਜ ਇਸ ਮੁਬਾਰਕ ਬਚਨ ਦੀ ਵਿਚਾਰ ਕਰਨੀ ਹੈ, ਉੱਥੇ ਹੀ ਸਤਵੇਂ ਨਾਨਕ ਸਾਹਿਬ ਸਤਿਗੁਰੂ ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦਾ ਅੱਜ ਗੁਰਤਾ ਗੱਦੀ ਦਿਵਸ ਵੀ ਹੈ ਅਤੇ ਨਾਲ ਹੀ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਫਰਜ਼ੰਦ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ, ਤਿੰਨਾਂ ਦਾ ਪਾਵਨ ਜਨਮ ਦਿਹਾੜਾ ਹੈ। ਸੋ ਯਤਨ ਕਰਾਂਗਾ ਆਪ ਜੀ ਦੇ ਨਾਲ ਪਾਵਨ ਇਤਿਹਾਸ ਦੀ ਸਾਂਝ ਵੀ ਨਾਲ ਕਰ ਸਕਾਂ। ਵਿਚਾਰਕ ਆਰੰਭਤਾ ਤੋਂ ਪਹਿਲਾਂ ਸਮੂਹ ਸੰਗਤ ਦਾ ਆਸੀਸ ਬਖਸ਼ੋ। ਆਪਣੀ ਅਤੇ ਦਾਸਰੇ ਦੀ ਹਾਜ਼ਰੀ ਗੁਰੂ ਚਰਨਾਂ ਵਿੱਚ ਲਵਾਓ। ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕਰੀਏ, ਮਹਾਰਾਜ ਆਪ ਜੀ ਦੀ ਰਹਿਮਤ ਦੇ ਨਾਲ ਆਪ ਜੀ ਦੇ ਦਰ ਘਰ ਦੀ ਹਾਜ਼ਰੀ ਤਨ ਕਰਕੇ ਪ੍ਰਾਪਤ ਹੋਈ ਹੈ। ਮਨ ਕਰਕੇ ਵੀ ਆਪ ਜੀ ਦੇ ਚਰਨਾਂ ਵਿੱਚ ਹਾਜ਼ਰੀ ਲੱਗ ਜਾਏ। ਮਨੋਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਪਰਵਾਨੋਂ ਫਤਿਹ, ਰਸਨਾ ਨੂੰ ਕਰੋ ਪਵਿੱਤਰ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਵਕਤ ਅਸੀਂ ਪਾਵਨ ਬਾਣੀ ਦੇ ਪਾਠ ਰੂਪ ਵਿੱਚ ਦਰਸ਼ਨ ਕਰਦੇ ਹਾਂ ਤਾਂ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਅੰਦਰ ਕੁਝ ਸੰਪਾਦਕੀ ਪੱਖ ਹਨ। ਸੰਪਾਦਕੀ ਪੱਖ ਤੋਂ ਭਾਵ ਹੈ, ਜਿਸ ਤਰ੍ਹਾਂ ਆਪਾਂ ਪਾਵਨ ਬਾਣੀ ਵਿੱਚ ਸ਼ਬਦਾਂ ਦੇ ਆਰੰਭ ਵਿੱਚ ਬਚਨ ਪੜ੍ਹਦੇ ਹਾਂ, ਚੌਪਦੇ, ਦੋ ਪਦੇ, ਤੇ ਤੁੱਕੇ, ਦੋ ਤੁੱਕੇ। ਇਹਨਾਂ ਤੋਂ ਭਾਵ ਇਹ ਹੈ ਕਿ ਸ਼ਬਦ ਵਿੱਚ ਕਿੰਨੇ ਪਦੇ ਹਨ, ਕਿੰਨੀਆਂ ਤੁਕਾਂ ਵਾਲੇ ਪਾਠ ਹਨ। ਇਸੇ ਤਰ੍ਹਾਂ ਪਿਆਰਿਓ, ਜਦੋਂ ਅਸੀਂ ਇਸ ਸ਼ਬਦ ਨੂੰ ਪੜ੍ਹਦੇ ਹਾਂ ਤਾਂ ਮਾਰੂ ਰਾਗ ਅੰਦਰ ਸਤਿਗੁਰੂ ਜੀ ਨੇ ਸਿਰਲੇਖ ਦਿੱਤਾ ਹੈ, ਸੋਲਹੇ ਮਾਰੂ ਰਾਗ ਹੈ ਤੇ ਸੋਲਹੇ ਸੰਪਾਦਕੀ ਪੱਖ ਹੈ। ਭਾਵ ਉਹ ਸ਼ਬਦ ਜਿਨ੍ਹਾਂ ਦੇ ਵਿੱਚ 16 ਬੰਦ ਹਨ ਉਹਨੂੰ ਆਖਿਆ ਜਾਂਦਾ ਹੈ ਸੋਲਹੇ। 16 ਸ਼ਬਦਾਂ 16 ਪਦਿਆਂ ਵਾਲਾ ਸ਼ਬਦ
और इसे तरह ਜਿਹੜਾ ਅੱਜ ਮੁਬਾਰਕ ਸ਼ਬਦ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਾਡੀ ਝੋਲੀ ਵਿੱਚ ਪਾਇਆ, ਇਸ ਪਾਵਨ ਬਚਨ ਦੇ ਅੰਦਰ ਸਤਿਗੁਰੂ ਜੀ ਨੇ ਪਹਿਲੇ 4 ਪਦਿਆਂ ਦੇ ਵਿੱਚ ਗੁਰਮੁਖ ਦੀ ਗੱਲ ਕੀਤੀ ਹੈ ਕਿ ਗੁਰਮੁਖ ਕੈਸਾ ਹੁੰਦਾ ਹੈ, ਉਹਦਾ ਸੁਭਾਵ ਕੈਸਾ ਹੁੰਦਾ ਹੈ। ਤੇ ਅੱਜ ਦੇ ਪਾਵਨ ਅਗਲੇ ਜੋ 4 ਪਦੇ ਹਨ, ਇਹਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਨੇ ਮਨਮੁਖ ਦੀ ਗੱਲ ਕੀਤੀ ਹੈ। ਮਹਾਰਾਜ ਜੀ ਬਚਨ ਕਰਦੇ ਹਨ, ਮਨਮੁਖ ਅੰਧ ਕਰੇ ਚਤੁਰਾਈ, ਭਾਣਾ ਨਾ ਮੰਨੇ ਬਹੁਤ ਦੁੱਖ ਪਾਈ। ਸ਼ਬਦ ਪਿਆਰਿਓ ਹੈ ਮਨਮੁਖ। ਪਾਵਨ ਬਾਣੀ ਅੰਦਰ ਮਨਮੁਖ, ਗੁਰਮੁਖ, ਵੇਮੁਖ, ਸਨਮੁਖ, ਇਹ ਬੇਅੰਤ ਸ਼ਬਦ ਸਤਿਗੁਰੂ ਨੇ ਪਾਵਨ ਬਾਣੀ ਅੰਦਰ ਵਰਤੇ ਨੇ। ਤੇ ਜਦੋਂ ਆਪਾਂ ਗੱਲ ਮਨਮੁਖ ਦੀ ਕਰੀਏ ਨਾ, ਧਿਆਨ ਦੇਣਾ, ਇਹਦੇ ਵਿੱਚ ਵੀ ਬਾਣੀ ਵਿੱਚ 2 ਸ਼ਬਦ ਇਸ ਤਰ੍ਹਾਂ ਲਿਖੇ ਆਉਂਦੇ ਨੇ। ਇੱਕ ਆਏਗਾ ਜੋ ਪਾਠ ਇੱਥੇ ਆਇਆ ਹੈ, ਮਨਮੁਖ, ਖੱਖੇ ਦੂ ਔਂਕੜ ਦੇ ਨਾਲ, ਔਰ ਇਹ ਸ਼ਬਦ ਇਕੱਠਾ ਆਉਂਦਾ ਹੈ। ਜਦੋਂ ਇਹ ਸ਼ਬਦ ਇਕੱਠਾ ਆਵੇ ਤਾਂ ਇਹਦਾ ਅਰਥ ਹੈ ਮਨ ਵੱਲ ਮੁਖ ਕਰਕੇ ਤੁਰਨ ਵਾਲਾ, ਭਾਵ ਮਨ ਦੀ ਮੰਨਣ ਵਾਲਾ। ਤੇ ਜਦੋਂ ਇਹੀ ਪਾਠ ਅਲੱਗ-ਅਲੱਗ ਰੂਪ ਵਿੱਚ ਆਏ ਨਾ, ਉੱਥੇ ਆਉਂਦਾ ਹੈ ਮਨ ਮੁਖ, ਮੁਖ ਦੇ ਖੱਖੇ ਨੂੰ ਸਿਹਾਰੀ, ਤੇ ਉਹਦੇ ਉੱਥੇ ਅਰਥ ਬਿਲਕੁਲ ਇਹਦੇ ਉਲਟ ਹੋ ਜਾਂਦੇ ਨੇ, ਬਿਲਕੁਲ ਇਹਦੇ ਵਿਪਰੀਤ ਹੋ ਜਾਣਗੇ। ਉਹਦਾ ਅਰਥ ਬਣੇਗਾ ਮਨ ਵਿੱਚ ਤੇ ਮੁਖ ਵਿੱਚ ਮਾਲਕ ਵਾਹਿਗੁਰੂ ਦਾ ਨਾਮ ਰੱਖਣ ਵਾਲਾ। ਧਿਆਨ ਦੇਣਾ, ਮੈਂ ਫਿਰ ਬੇਨਤੀ ਕਰਾਂ, ਜਦੋਂ ਇਹ ਸ਼ਬਦ ਇਕੱਠਾ ਆਏ ਤੇ ਇਹਦੇ ਅਰਥ ਨੇ ਗੁਰੂ ਨਾਲ ਟੁੱਟਿਆ ਹੋਇਆ, ਗੁਰੂ ਦੀ ਮੱਤ ਤੋਂ ਵਾਂਝਾ ਹੋਇਆ, ਗੁਰੂ ਦੀ ਬਚਨਾਂ ਦੀ ਪਰਵਾਹ ਨਾ ਕਰਨ ਵਾਲਾ। ਤੇ ਜਦੋਂ ਇਹ ਸ਼ਬਦ ਮਨ ਤੇ ਮੁਖ ਦੇ ਖੱਖੇ ਨੂੰ ਸਿਹਾਰੀ ਆ ਜਾਏ ਤੇ ਮਨ ਤੇ ਮੁਖ ਦੋਵੇਂ ਸ਼ਬਦ ਅਲੱਗ ਆਉਣ, ਤੇ ਉੱਥੇ ਅਰਥ ਹੈ ਮਨ ਵਿੱਚ ਤੇ ਮੁਖ ਵਿੱਚ ਮਾਲਕ ਦਾ ਨਾਮ ਰੱਖਣ ਵਾਲਾ। ਬੜਾ ਧਿਆਨ ਨਾਲ ਇਹ ਪਾਠ ਕਰਨ ਦੀ ਜ਼ਰੂਰਤ ਪੈਂਦੀ ਹੈ ਜਦੋਂ ਅਸੀਂ ਪਾਵਨ ਬਾਣੀ ਦਾ ਪਾਠ ਕਰੀਏ। ਤਾਂ ਇੱਥੇ ਜਿਹੜੇ ਸਤਿਗੁਰੂ ਜੀ ਨੇ ਬਚਨ ਕੀਤੇ, ਮਹਾਰਾਜ ਕਹਿ ਲਗੇ ਜਿਸ ਨੇ ਮਨ ਨੂੰ ਪ੍ਰਧਾਨਤਾ ਦਿੱਤੀ ਹੋਈ ਹੈ। ਇੱਕ ਬੇਨਤੀ ਕਰਾਂ ਪਿਆਰਿਓ, ਜਿਸ ਵੇਲੇ ਆਪ ਪਾਵਨ ਬਾਣੀ ਨੂੰ ਪੜ੍ਹੋਗੇ ਨਾ, ਮਹਾਰਾਜ ਜੀ ਨੇ ਜਦੋਂ ਮਨ ਨੂੰ ਮੁਖਾਤਬ ਕੀਤਾ ਤੇ ਮਹਾਰਾਜ ਨੇ ਇਹ ਵੀ ਆਖ ਦਿੱਤਾ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਨ। ਹੇ ਮਨਾ, ਤੂੰ ਉਸ ਮਾਲਕ ਵਾਹਿਗੁਰੂ ਦਾ ਰੂਪ ਹੈ, ਤੂੰ ਉਸ ਮਾਲਕ ਵਾਹਿਗੁਰੂ ਦਾ ਅੰਸ਼ ਹੈ, ਤੂੰ ਆਪਣੇ ਮੂਲ ਦੀ ਸੰਭਾਲ ਕਰ। ਤੇ ਇੱਕ ਥਾਵਾਂ ਪਿਆਰਿਓ ਸਤਿਗੁਰੂ ਜੀ ਆਖਦੇ ਮਨ ਨੂੰ ਮੁਖਾਤਬ ਹੋ ਕੇ, ਤੇ ਮਹਾਰਾਜ ਕਹਿੰਦੇ ਮਨ ਖੁੱਟ ਹਰ ਤੇਰਾ ਨਹੀਂ ਵਿਸਾਸ, ਮਨ ਖੁੱਟ ਹਰ ਤੇਰਾ ਨਹੀਂ ਵਿਸਾਸ, ਤੂੰ ਮਹਾ ਉਦਮਾਦਾ, ਖਰ ਕਾ ਪੈਖਰ ਤੋ ਛੁਟੈ ਜੋ ਉੱਪਰ ਲਾਦਾ। ਉਥੇ ਮਨ ਨੂੰ ਨਾ ਸਤਿਗੁਰੂ ਜੀ ਖੋਤਾ ਕਹਿ ਕੇ ਮੁਖਾਤਬ ਕਰਦੇ, ਇਹ ਮਨਾ ਤੂੰ ਖੋਤਾ ਆ, ਤੇ ਤੇਰੀ ਹਾਲਾਤ ਉਸ ਖੋਤੇ ਵਰਗੀ ਹੈ, ਜਿੰਨੀ ਦੇਰ ਤੱਕ ਉਹ ਇੱਕ ਖੋਤੇ ਉੱਤੇ ਭਾਰ ਨਾ ਲੱਦਿਆ ਜਾਵੇ ਨਾ, ਉਨੀ ਦੇਰ ਤੱਕ ਉਹ ਖੋਤਾ ਛੜਾ ਮਾਰਨਾ ਨਹੀਂ ਹਟਦਾ। ਤਾਂ ਹੀ ਤਾਂ ਸਤਿਗੁਰੂ ਜੀ ਨੇ ਇਸ ਮਨ ਨੂੰ ਆਖਿਆ। ਤੇ ਆਪਾਂ ਪਾਵਨ ਬਾਣੀ ਵਿੱਚ ਬਚਨ ਪੜ੍ਹਦੇ ਹਾਂ, ਕਬੀਰ ਮਨ ਪੰਖੀ ਭਇਓ, ਉੱਡ ਉੱਡ 10 ਦਿਸ ਜਾਏ। ਇਹ ਮਨ ਪੰਖੀ ਦੀ ਨਿਆਈ ਹੈ, ਕਹਿਣ ਲੱਗੇ ਜੋ ਜੈਸੀ ਸੰਗਤ ਕਰੇ ਤੈਸੋ ਹੀ ਫਲ ਪਾਏ। ਭਾਵ ਆ ਮਨ ਸੱਚਮੁੱਚ ਪਿਆਰਿਓ, ਇਸੇ ਕਰਕੇ ਸਤਿਗੁਰੂ ਨੇ ਇਹਨੂੰ ਹਾਥੀ ਵੀ ਕਿਹਾ, ਇਸੇ ਕਰਕੇ ਸਤਿਗੁਰੂ ਨੇ ਇਹਨੂੰ ਖੋਤਾ ਵੀ ਆਖਿਆ। ਤੇ ਜੇ ਮਨ ਕਾਬੂ ਵਿੱਚ ਆਇਆ, ਤੇ ਸਤਿਗੁਰੂ ਨੇ ਆਖਿਆ ਸੱਚਮੁੱਚ ਜਿੱਦਣ ਮਨ ਕਾਬੂ ਵਿੱਚ ਆਇਆ ਤੂੰ ਜਗ ਵੀ ਜਿੱਤ ਲਏਗਾ ਤੇ ਮਾਲਕ ਨਾਲ ਤੇਰੀ ਸਾਂਝ ਵੀ ਪੈ ਜਾਏਗੀ। ਮਨ ਜੀਤੈ ਜਗ ਜੀਤ। ਤਾਂ ਪਿਆਰਿਓ, ਇਹ ਮਨ ਹੈ, ਜੇ ਗੁਰੂ ਗੋਦ ਵਿੱਚ ਬੈਠ ਜਾਏ, ਜਦੋਂ ਤੇ ਪਿਆਰਿਓ ਗੁਰੂ ਬਚਨ ਸੁਣਦਾ ਆ, ਫਿਰ ਤੇ ਇਹਦੇ ਮਨ ਵਿੱਚੋਂ ਆਵਾਜ਼ ਆਉਂਦੀ ਹੈ ਵੀ ਹਾਂ, ਮੇਰੇ ਗੁਰੂ ਜੋ ਆਖਦੇ ਨੇ ਸੱਚ ਹੈ, ਮੈਨੂੰ ਮੰਨਣਾ ਚਾਹੀਦਾ ਹੈ। ਗੁਰੂ ਸਾਹਿਬਾਨ ਨੇ ਸਾਡੇ ਲਈ ਆਹ ਕੁਝ ਕੀਤਾ ਤੇ ਸੱਚਮੁੱਚ ਮੈਨੂੰ ਆਪਣਾ ਜੀਵਨ ਗੁਰੂ ਸੋਚ ਅਨੁਸਾਰ ਬਣਾਉਣਾ ਚਾਹੀਦਾ ਹੈ।
पर प्यारिओ ये भी एक कौड़ा सच है कि जदों गुरु घर तो बंदा बाहर चलिया जाए ना, तो फिर प्यारिओ इनू कोई गुरु की गल सुनावे, भागां वाले बिरले मालिक वाहिगुरू की रहमत जिन्होंने सदा गुरु के बचन मिठे लगते ने, वो भावां गुरु चार दीवारी विच होण गुरुद्वारा साहिब, भावां बाहर होण, ते उन्हां दा मन ही ये करदा है कि मैं बाणी सुना, मैनू कोई बाणी सुनाउण वाला मिल जाए, कोई गुरु के बचनां दी सांझ करे। ते जिथे इत्थे जिहड़ी मनमुख की निशानी की है, महाराज कहंदे गुरु कोले आया ते आखदे सचमुच गुरु जो आखदे सच है, मैं करना है। पर जदों गुरु घर तो बाहर चलिया जावे ते कोई आखे ओ प्यारिया गुरु की बाणी कहती है किसी नाल धक्का नहीं करना, पराया हक नहीं खाना, तू निंदिया चुगली तो दूर रहना, ते फिर मनमुख बंदे की आवाज़ की कहती है, ओ नहीं जी ऐदा किते संसार चलता है, ऐदा किते काम धंधे चलते हैं। इसदा मतलब की है, गुरु कोले आया। गुरु अमरदास पातशाह जी का ना एक बड़ा प्यारा बचन आता है, क्योंकि इत्थे सतगुरु जी ने नाल बचन वरत्या अंध मनमुख अंध। अंध तो भाव है जे शब्दी अर्थ करिए तो जिन्हों दिखता नहीं, पर बेनती करा गुरमत विच उन्हां नूं अन्ने नहीं आखिया गया जिन्हां दी अखां दी जोत नहीं है। ध्यान देना, उन्होंने आख्या गया सूरमा। और 15 भगत साहबाना दी बाणी साहिब श्री गुरु ग्रंथ साहिब महाराज अंदर दर्ज है। और 15 भगत साहबाना दे विचों सब तो घट बाणी भगत सूरदास जी दी है। ध्यान देना, सारंग राग दी केवल एक पंक्ति भगत सूरदास जी दी है। आप पढ़ते हाँ, छाड़ मन हर बेमुखन को संग, इन्नी पंक्ति है। और प्यारिओ जदों भगत सूरदास जी का इतिहास पढ़िए तो इतिहास ये आखदा उन्हां दी अखां दी जोत नहीं सी। पर वेखो अज भी साहिब श्री गुरु ग्रंथ साहिब अंदर सुभायमान होकर के सानू जीवन का राह रुशना रहे। इसका मतलब एक तो समझ लेना कि आ स्थूल अखां दी जोत दा होना या ना होना ये मालिक की प्राप्ति विच कोई रुकावट नहीं है। मता ये समझ लेना भी अखां नाल वेख लिया ते दर्शन है, ते जिन्हां दी अखां दी जोत कोई नहीं उन्हें गुरु नूं कदी निहारिया नहीं, ते शायद इहदा मतलब भी वो गुरु नाल सांझ नहीं पा सकते। नहीं प्यारिओ, गुरमत ने उन्हां नूं अन्ना नहीं आखिया जिन्हां दी अखां दी जोत नहीं है। गुरमत ने अन्ना पता किनू आखिया? महाराज जी का बचन पढ़ो। गुरु साहिब आखदे अंधे ए ना आखिए जिन मुख लोयण ना है। वो प्यारिया उन्हां नूं अन्ना ना आखी जिन्हां दी आ जोत कोई नहीं है। अंधे ए ना आखिए जिन मुख लोयण ना है, अंधे सही नानका जे खसमों कुथे जाए। अन्ना किनू आख्या महाराज ने? जेड़े गुरु शब्द तो वांझे हो गए, जिन्हों अकल का अन्ना आखिया जाएगा। एक अखां दी जोत का अन्ना आ, जिस कोले अखां दी जोत नहीं ते गुरमत उन्होंने अन्ना नहीं, उन्होंने सूरमा आखदी है। पर एक वो है जिदे कोले गुरु की मत नहीं, गुरु का उपदेश नहीं। महाराज कह लगे असल अन्ना ये है। तो सतगुरु ने इसे करके ना मनमुख दे नाल लफज वरत्या अंध। ते मैं जी बेनती कर रहा सी कि गुरु अमरदास महाराज ने बड़ा प्यारा बचन किया, कहते बंदिया ऐसा नहीं है कि गुरु तो टुटिया बंदा गुरु कोले नहीं आउंदा। ऐसा नहीं है। गुरु कोले आ जाता है, ये बैठ जाता है, पर सतगुरु कह लगे कारण एक है कि मन की खोट नहीं छड्डदा। महाराज जी ने आख्या ना, बाबा कबीर जी का आप बचन पढ़ते हाँ। महाराज कहते दिलो मुहब्बत जिन सही सच्चिया, जिन मन होर मुख होर से कांढे कच्चिया। जिदे मन में कुछ होर है, मूँह कुछ होर कहता है, उन्होंने आख्या जाता है मन मुख। जेड़ा मन की खोट छड्डण लई तैयार नहीं। ते गुरु अमरदास महाराज कहते ऐसा नहीं है प्यारिया कि गुरु नालों टुटा गुरु कोले आउंदा नहीं है, वो आ जाता है, वो बैठ जाता है। पर एक गल है
ਜਦੋਂ ਗੁਰੂ ਦਾ ਸ਼ਬਦ ਉਠਾਉਂਦਾ ਹੈ ਨਾ, ਕਿਉਂਕਿ ਇੱਕ ਬੇਨਤੀ ਕਰ ਦਵਾਂ, ਗੁਰੂ ਕੋਲੇ ਆਉਣਾ ਪਿਆਰਿਓ ਜੀਵਨ ਵਿੱਚ ਤਬਦੀਲੀ ਦੀ ਨਿਸ਼ਾਨੀ ਹੈ। ਜਿਵੇਂ ਇੱਕ ਭਲਵਾਨ ਹੋਵੇ ਤੇ ਭਲਵਾਨ ਦਾ ਸੁਡੋਲ ਜੁੱਸਾ, ਉਹਦੇ ਸਰੀਰ ਦੀ ਦਿੱਖ ਇਹ ਦੱਸ ਦਿੰਦੀ ਹੈ ਕਿ ਇਹ ਸਪੋਰਟਸਮੈਨ ਹੈ, ਇਹ ਖਿਲਾੜੀ ਹੈ, ਇਹ ਭਲਵਾਨ ਹੈ। ਇਵੇਂ ਯਾਦ ਰੱਖਿਓ, ਗੁਰੂ ਵਾਲਾ ਹੋਣਾ ਇਹ ਦੱਸਣ ਦੀ ਲੋੜ ਨਹੀਂ ਹੈ। ਤੇਰੇ ਜੀਵਨ ਦਾ ਕਾਰ ਵਿਹਾਰ, ਬੋਲ ਬਾਣੀ, ਤੇਰਾ ਆਚਾਰ, ਜਦੋਂ ਤੇਰੀ ਗੁਰੂ ਰਹਿਣੀ ਤੇਰੇ ਜੀਵਨ ਚ ਆ ਗਈ ਤੇ ਪਿਆਰਿਆ ਤੈਨੂੰ ਵੇਖ ਕੇ ਹੀ ਕਹਿ ਦੇਣਾ ਵਾਕਈ ਇਹ ਤਾਂ ਗੁਰਮੁਖ ਹੈ, ਇਹ ਤੇ ਗੁਰੂ ਨੂੰ ਮੰਨਣ ਵਾਲਾ ਹੈ। ਤਾਂ ਸਤਿਗੁਰੂ ਮਹਾਰਾਜ ਕਹਿ ਲੱਗੇ ਸਾਖਤ ਜਾਏ ਨਿਮੈ ਗੁਰ ਆਗੈ। ਇਹ ਨਹੀਂ ਹੈ ਗੁਰੂ ਨਾਲੋਂ ਟੁੱਟਿਆ ਗੁਰੂ ਕੋਲੇ ਨਹੀਂ ਆਉਂਦਾ, ਉਹ ਆ ਜਾਂਦਾ, ਉਹ ਬਹਿ ਜਾਂਦਾ ਹੈ। ਪਰ ਸਤਿਗੁਰੂ ਕਹਿ ਲੱਗੇ ਮਨ ਖੋਟੇ, ਇਹ ਮਨ ਵਿੱਚੋਂ ਖੋਟ ਨਹੀਂ ਛੱਡਦਾ। ਕੂੜ ਝੂਠਾ ਆ, ਕੂੜਿਆਰੇ ਝੂਠ ਦੇ ਵਿੱਚ ਰਲਿਆ ਹੋਇਆ ਵਾ। ਸਾਖਤ ਜਾਏ ਨਿਮੈ ਗੁਰ ਆਗੇ, ਮਨ ਖੋਟੇ ਕੂੜ ਕੂੜਿਆਰੇ, ਜਾਗੁਰ ਕਹੈ ਉਠੋ ਮੇਰੇ ਭਾਈ। ਕਿਉਂਕਿ ਗੁਰੂ ਉਠਾਉਂਦਾ ਹੈ ਨਾ ਪਿਆਰਿਓ। ਇੱਕ ਤੇ ਸੁੱਤਾ ਸੌਣਾ ਤੇ ਜਾਗਣਾ ਹੈ ਤਨ ਵਾਲਾ, ਤੇ ਤਨ ਕਰਕੇ ਸੁੱਤਾ ਬੰਦਾ ਇੱਕ ਦਿਨ 2 ਦਿਨ ਸੋ ਜਾਏਗਾ, 3 ਦਿਨ ਸੋ ਜਾਏਗਾ, ਉਹ ਕਦੀ ਨਾ ਕਦੀ ਤੇ ਉੱਠੇਗਾ ਹੀ ਨਾ ਪਿਆਰਿਓ। ਪਰ ਜੇ ਸੁਰਤ ਕਰਕੇ ਬੰਦਾ ਸੋ ਗਿਆ ਤੇ ਮੈਨੂੰ ਖਿਮਾ ਕਰਿਓ ਸਾਰੀ ਉਮਰ ਭਾਵਾਂ ਗੁਰੂ ਕੋਲੇ ਕਿਉਂ ਨਾ ਆਈ ਜਾਏ, ਪਿਆਰਿਓ ਗੁਰੂ ਵਾਲੀ ਸੋਚ ਦਾ ਧਾਰਨੀ ਨਹੀਂ ਬਣੇਗਾ। ਸੁਰਤ ਕਰਕੇ ਸੁੱਤਾ ਹੋਇਆ ਇਹ ਕੌੜਾ ਸੱਚ ਹੈ ਨਾ ਪਿਆਰਿਓ, ਕਿ ਗੁਰੂ ਪੁੱਤਰ ਵੀ ਗੁਰੂ ਕੋਲੇ ਰਹਿ ਕੇ ਵੀ ਤੇ ਕਿਤੇ ਬਾਬਾ ਦਾਤੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਲੱਤ ਮਾਰ ਦਿੰਦੇ ਨੇ। ਮਨ ਖੋਟੇ ਕੂੜ ਕੂੜਿਆਰੇ। ਗੁਰੂ ਅੰਗਦ ਸਾਹਿਬ ਸਮਝਾਉਂਦੇ ਨੇ, ਨਹੀਂ ਪੁੱਤਰਾ, ਇਹ ਗੁਰੂ ਘਰ ਦੀ ਬਖਸ਼ਿਸ਼ ਹੈ, ਦਾਤ ਜੋਤ ਖਸਮੇ ਵਡਿਆਈ ਹੈ, ਇਹ ਤੇ ਪਿਤਾ ਪੁਰਖੀ ਨਹੀਂ। ਤੇ ਮੈਂ ਭਾਈ ਲਹਿਣੇ ਨੂੰ ਗੁਰਤਾ ਗੱਦੀ ਦੇ ਕੇ ਗੁਰੂ ਅੰਗਦ ਸਾਹਿਬ ਬਣਾ ਆਇਆ। ਪਰ ਪਿਆਰਿਓ ਅੱਖਾਂ ਕਰਕੇ ਤੇ ਦਰਸ਼ਨ ਕਰਦਾ ਸੀ ਨਾ ਗੁਰੂ ਅੰਗਦ ਸਾਹਿਬ ਦੇ, ਪਿਤਾ ਕਰਕੇ ਕਿਤੇ ਗੁਰੂ ਅੰਗਦ ਸਾਹਿਬ ਪਾਤਸ਼ਾਹ ਦੇ ਚਰਣੀ ਹੱਥ ਵੀ ਲਾਏ ਹੋਣਗੇ, ਪਰ ਕੀ ਉਹਦੀ ਸੋਚ ਬਦਲ ਗਈ? ਧੰਨ ਗੁਰੂ ਅਮਰਦਾਸ ਸਿੰਘਾਸਣ ਤੇ ਬੈਠੇ ਨੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਦਾਤੂ ਨੇ ਜਾ ਕੇ ਗੁਰੂ ਅਮਰਦਾਸ ਮਹਾਰਾਜ ਨੂੰ ਲੱਤ ਮਾਰੀ ਹੈ। ਮਨ ਖੋਟੇ ਕੂੜ ਕੂੜਿਆਰੇ। ਕਿਤੇ ਬਾਬਾ ਪ੍ਰਿਥੀਆ ਵੀ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੀ ਵਿਰੋਧਤਾ ਕਰਦਾ ਰਿਹਾ, ਕਿਤੇ ਧੀਰ ਮੱਲ ਵਰਗੇ ਵੀ ਗੁਰੂ ਕੁੱਲ ਝੋਣ ਦੇ ਬਾਵਜੂਦ ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤੇ ਸ਼ੀਏ ਮਸੰਦ ਰਾਹੀਂ ਗੋਲੀ ਵੀ ਚਲਵਾ ਦਿੰਦੇ ਨੇ। ਸਮਝਣਾ, ਗੁਰੂ ਕੋਲੇ ਆਉਣਾ ਮਨ ਦਾ ਝੂਠ ਛੱਡਣਾ ਹੈ, ਗੁਰੂ ਕੋਲੇ ਆਉਣਾ ਆਪਣੇ ਝੂਠ ਦਾ ਤਿਆਗ ਕਰਨਾ ਹੈ। ਮਹਾਰਾਜ ਕਹਿਣ ਲੱਗੇ ਸਾਖਤ ਜਾਏ ਨਿਮੈ ਗੁਰ ਆਗੇ, ਮਨ ਖੋਟੇ ਕੂੜ ਕੂੜਿਆਰੇ, ਜਾਗੁਰ ਕਹੇ ਉਠੋ ਮੇਰੇ ਭਾਈ। ਗੁਰੂ ਸ਼ਬਦ ਕਬੀਰ ਸਤਗੁਰ ਸੂਰਮੇ ਬਾਹਿਆ ਬਾਣ ਜੋ ਇੱਕ, ਗੁਰੂ ਸ਼ਬਦ ਦੇ ਤੀਰ ਮਾਰਦਾ ਆ। ਇਸੇ ਕਰਕੇ ਨਾ ਮਹਾਰਾਜ ਜੀ ਨੇ ਆਪ ਆਸਾ ਦੀ ਵਾਰ ਪੜ੍ਹਦੇ ਹੋ ਤੇ ਮਹਾਰਾਜ ਜੀ ਨੇ ਬੜਾ ਪੈਰਾ ਆਖਿਆ। ਮਹਾਰਾਜ ਕਹਿ ਲੱਗੇ ਸਿੱਖਾ ਗੁਰਬਾਣੀ ਨੂੰ ਅਣਿਆਲਾ ਤੀਰ ਸਮਝੀ। 2 ਤਰ੍ਹਾਂ ਦੇ ਤੀਰ ਹੁੰਦੇ ਪਿਆਰਿਓ, ਇੱਕ ਤੀਰ ਹੁੰਦਾ ਬਰਸ਼ੀਨੁਮਾ ਤੀਰ, ਤੇ ਜਦੋਂ ਬਰਸ਼ੀ ਵਾਲਾ ਤੀਰ ਮਾਰਿਆ ਜਾਏ ਉਹ ਹਿਰਦੇ ਵਿੱਚ ਇੱਕ ਪਾਸੋਂ ਵੱਜਿਆ ਤੇ ਦੂਜੇ ਬੰਨੇ ਬਾਹਰ ਲੰਘ ਗਿਆ, ਉਹਨੂੰ ਕੀ ਕਹਿੰਦੇ ਨੇ? ਬਰਸ਼ੀਨੁਮਾ। ਇੱਕ ਹੁੰਦਾ ਅਣਿਆਲਾ ਤੀਰ। ਅਣਿਆਲਾ ਤੀਰ ਹੁੰਦਾ ਹੈ ਕਿ ਜਿਹਦੇ ਅੱਗੇ ਬਰਸ਼ੀ ਲੱਗੀ ਹੈ ਤੇ ਪਿੱਛੇ ਖੰਜਰ ਲੱਗਾ ਹੈ, ਤੇ ਜਦੋਂ ਉਹ ਤੀਰ ਵੱਜੇ ਉਹ ਕਦੀ ਛਾਤੀ ਚੋਂ ਨਿਕਲਦਾ ਨਹੀਂ, ਬੰਦੇ ਦੀ ਮੌਤ ਹੋ ਜਾਂਦੀ ਹੈ। ਮਹਾਰਾਜ ਕਹਿਣ ਲੱਗੇ ਸਮਝ ਲੈ ਤੂੰ ਗੁਰੂ ਸ਼ਬਦ ਦਾ ਤੀਰ ਅਣਿਆਲਾ ਤੀਰ ਸਮਝ, ਇਸ ਗੁਰੂ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਵਸਾ ਤੇ ਮਰ ਜਾ। ਬਾਬਾ ਕਬੀਰ ਜੀ ਨੇ ਬੜਾ ਪਿਆਰਾ ਆਖਿਆ 3 ਤਰ੍ਹਾਂ ਦੀ ਮੌਤ ਹੈ ਪਿਆਰਿਓ। ਇੱਕ ਮੌਤ ਹੈ ਸਰੀਰ ਦਾ ਮੁੱਕ ਜਾਣਾ, ਸਵਾਸਾਂ ਦਾ ਮੁੱਕ ਜਾਣਾ, ਔਰ ਇਹ ਮੌਤ ਅਟਲ ਹੈ। ਇਹਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਕਹਿ ਦਿੱਤਾ ਜੋ ਉਪਜੈ ਸੋ ਬਿਨਸੈ, ਪਰੋ ਅੱਜ ਕਹਿ ਕਾਲ। ਮੌਤ ਆਏਗੀ। ਇੱਕ ਮੌਤ ਹੈ ਜ਼ਮੀਰ ਦਾ ਮਰ ਜਾਣਾ, ਕਿ ਜਦੋਂ ਬੰਦਾ ਲੱਗਦਾ ਤੇ ਵੇਖਣ ਨੂੰ ਬੰਦਾ ਆ, ਪਰ ਜਦੋਂ ਇਹਦੇ ਕੰਮ ਵੇਖੇ ਤੇ ਗੁਰੂ ਅਰਜਨ ਸਾਹਿਬ ਨੇ ਕਹਿ ਦਿੱਤਾ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ।
एक मरना है गुरु वाला हो जाना। गुरु शब्द जिन्हों बाबा कबीर जी ने आखे ना, कबीर मोए मरने का चाओ है, मरो तो हर कै द्वार। हरि दे द्वारा मरना आ जाए, गुरु सोच नाल मरना आ जाए, भाव मन की मत का त्याग कर देना। तो महाराज कहने लगे कि गुरु तो टुटिया गुरु कोले आउंदा है, बह जांदा है, पर सच जाणियो जदों गुरु उठाए तो यह बगले वर्गी समाधि ला लैंदा है। बह जाए घुसर बगुलारे। और बगला की है प्यारे? महाराज जी ने बड़ी प्यारा सतगुरु जी ने आख्या, कह लगे साप कुंच छोड़ा बेख नहीं छाड़ा, उद कमाए जैसे बग ध्यान मांडा, काहे को कीचै ध्यान जपन्ना, जो ते शुद्ध नहीं मने अपना। की आख्या बाबा नामदेव जी ने? वो कहते बंदिया वेखी किते तेरी हालात सप वर्गी ते नहीं, भी जिवें सप कुंज ला देंदा है ते वेखण वाला बंदा कह दे जी सप ने जहर छड़ दिती, उन्हें डंग नहीं मारेगा। भुलेखा है ना, बाहरी तौर ते कुंज ला दिती है पर अंदर दा डंग मारना नहीं छड्डिया। साप कुंच छोड़ा बेख नहीं छाड़ा, उद कमाए जैसे बग ध्यान मांडा। कहते जिमें आ पिंडां दे विच ना जदों कद्दू करीदा, जदों फसल बीजते ने कद्दू करते हैं पहला, हुण जदों कद्दू कीता जांदा ते बगले आ जांदे ने। हुण बगले की करते हैं? बगले एक लत्त ते खड़े हो जाते हैं, टिक जाते हैं। तो कोई वेखे ते आखे भी बगले ने समाधि लाई है। भुलेखा है ना, समाधि नहीं लाई। वो तो इस करके टकाव विच है भी कदों कोई डड्डी मच्छी मैनू विखे ते कदों मैं उन्होंने चुंझ च भर लवा। महाराज कहन लगे मनमुख बंदा गुरु कोले आ जाएगा, अंदर दा झूठ नहीं छड्डेगा, ये अंदर दी खोट नहीं छड्डेगा, ये गुरु कोले बह के भी बगले वर्गियां समाधियां लाउंदा है। साकत जाए निवै गोरे आगे, मन खोटे कूड़ कूड़े आरे, जागुर कहे उठो मेरे भाई। जदों गुरु शब्द नाल उठाउंदा है, गुरु आखदा है सिखा तू आ करना आ छड्डना आ, ते महाराज कह लगे ये बगले वर्गी समाधि ला लैंदा है पर अपने जीवन की तब्दीली नहीं करता। ते सतगुरु जी ने की आख्या, आया असल अन्ना मनमुख अंध करे चतुराई। ते सतगुरु कहंदे इन्ना ही नहीं है, इदू अगे भी यदी गलबात है। की महाराज कहते चतुराई बड़ी करता है, सियाणा बड़ा बनता है, मेरे को मैनू बड़ा कुछ पता है जी। ना जीवन च तब्दीली है, ना जीवन च गुरु की सोच है, ना घर विच गुरमत का कोई प्रकाश है, पर चार बंदियां च बह जाए तो आखदा मेरे वर्गा है भी कोई नहीं है। चतुराई है ना प्यारिओ। एक थां ना गुरु साहब जी का बचन पढ़ो, महाराज कहते ने भी सिखा बाणी पढ़ बाणी सुन, ते जे तू बाणी सुनेगा बाणी पढ़ेगा तो तेरा उधार होएगा। ध्यान देना, नुकते नूं पकड़िया जी। आपां बचन पढ़दे आ, कोई गावे को सुने को करे विचार, को उपदेशै को दृढ़ै तिसका होए उधार। कोई बाणी गा लवे, कोई सुन लवे, कोई उपदेश करे, उदा उधार हो जाएगा। एक थां सतगुरु ये कह रहे हैं। पर एक थां गुरु रामदास जी का संत पढ़ो तो महाराज की कहते वेखदा भी कोई नौजवान मिले जिहड़ा 4 बट्ठल वध चक लेगा। इवें पुराने समय में मंडी लगती सी, एक नौकर खिलार लिया, एक मालक आया तो कहता ये नौकर जवान है, ये बड़ा सुडोल है, ये नौकर मैनू दे दिओ, मैं घर रख लवांगा। हुण नौकर की कहता मैनू मालक पसंद नहीं है। वो खड़ा हो गया, एक होर मालक आया, उन्हें आख्या ये नौकर मैनू दे दिओ। वो अगों फिर कहता नहीं नहीं ये मालक मैनू पसंद नहीं है। एक तीजा मालक कोई फिर आया खरीदण वाला, उन्हें आख्या ये दसो किन्ने पैसे लाओगे, ये मैं खरीद लेना, मैं घर ले जावांगा, काम करावांगा। वो अगों नौकर फिर बोल पिया, कहता मैनू ये मालक पसंद नहीं है। जदों ये बोलिया ना, हुण जिहड़ा पहला मालक आया सी वो बोल पिया, कहता मैं एक पुछना चाहुंदा बई ये मंडी नौकरां दी है कि मालक दी है? इत्थे नौकर पसंद किए जाते हैं कि मालक ने? मालक पसंद किए जाते हैं। मेरी बेनती समझियो, मता ये समझ लेना भी सिੱਖੀ ਉਹ ਜਿਹੜੀ ਮੈਨੂੰ पसंद आवे। ਜਿਹੜੀ गल ते मेरे फेट आ गई वो तो मैं मनांगा, हाँ गुरु साहब सचमुच तुसीं कहंदे हो मैं करदा। ते ਜਿਹੜੀ गल मेरे फेट नहीं आई, कहंदा बंदा नहीं नहीं आ ना हुंदी ना ते गल सर जानी सी।
ਸਤਿਗੁਰੂ ਕਹਿ ਲਗੇ ਚਤੁਰਾਈ ਹੈ। ਜਿਵੇਂ ਨਾ ਉਦਾਹਰਨ ਦੇ ਹੀ ਦੇਣਾ ਮੈਂ, ਜਿਵੇਂ ਕਿਸੇ ਨੂੰ ਕਹਿ ਦਓ ਅੰਮ੍ਰਿਤ ਛਕ ਲਓ, ਭਾਗਾਂ ਵਾਲੇ ਵਿਰਲੇ ਜਿਹੜੇ ਗੁਰੂ ਦੀ ਦਾਤ ਲੈ ਲੈਂਦੇ ਨੇ। ਨਹੀਂ ਤੇ ਪਤਾ ਅੱਜ ਨਵਾਂ ਸਵਾਲ ਹੋ ਗਿਆ, ਨਹੀਂ ਜੀ ਮਨ ਸਾਫ਼ ਹੋਣਾ ਚਾਹੀਦਾ ਹੈ, ਚਤੁਰਾਈ ਨਹੀਂ ਹੈ। ਕਲਗੀਧਰ ਪਾਤਸ਼ਾਹ ਅੰਮ੍ਰਿਤ ਦੀ ਦਾਤ ਲੈਂਦੇ ਨੇ, 5 ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਸਤਿਗੁਰੂ ਆਪ ਅੰਮ੍ਰਿਤ ਦੀ ਦਾਤ ਲੈਣ। ਕੀ ਕਹਿਣਾ ਚਾਹੁੰਦੇ ਆ ਕਲਗੀਧਰ ਪਾਤਸ਼ਾਹ, ਤੁਹਾਡਾ ਮਨ ਸਾਫ਼ ਨਹੀਂ ਸੀ? ਕਿਤੇ ਭਾਈ ਮਣੀਏ ਵਰਗੇ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਜਿਸ ਵਕਤ ਖਾਲਸਾ ਸਾਜਿਆ ਜਾਂਦਾ, ਉਹ ਅੰਮ੍ਰਿਤ ਦੀ ਦਾਤ ਲੈ ਕੇ ਭਾਈ ਮਣੀਏ ਤੋਂ ਮਣੀ ਸਿੰਘ ਬਣੇ, ਉਹਨਾਂ ਨੇ ਬੰਦ ਕਟਾਇਆ। ਕਿਤੇ ਬਾਬਾ ਬੰਦਾ ਸਿੰਘ ਬਹਾਦਰ ਵਰਗਿਆਂ ਨੂੰ ਸਤਿਗੁਰੂ ਨਾਂਦੇੜ ਦੀ ਧਰਤੀ ਤੋਂ ਤੋਰਨ, ਅੰਮ੍ਰਿਤ ਦੀ ਦਾਤ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਬਣਾ ਕੇ ਤੋਰਨ, ਤੇ ਉਹ ਯੋਧਾ ਆਪਣੇ ਪੁੱਤ ਦਾ ਕਲੇਜਾ ਮੂੰਹ ਵਿੱਚ ਪਾ ਗਿਆ। ਕੀ ਆਖਣਾ ਚਾਹੁੰਦੇ ਆ, ਉਹਨਾਂ ਦਾ ਮਨ ਸਾਫ਼ ਨਹੀਂ ਸੀ, ਸਾਡੇ ਮਨ ਸਾਫ਼ ਨੇ। ਇਹ ਚਤੁਰਾਈ ਹੈ ਨਾ ਪਿਆਰਿਓ। ਤਾਂ ਸਤਿਗੁਰੂ ਮਹਾਰਾਜ ਗੁਰੂ ਅਮਰਦਾਸ ਪਾਤਸ਼ਾਹ ਆਖਦੇ ਨੇ, ਕਹਿੰਦੇ ਮਨਮੁਖ ਅੰਧ ਕਰੇ ਚਤੁਰਾਈ। ਇਹ ਗੁਰੂ ਦੀ ਗੱਲ ਨਹੀਂ ਮੰਨਦਾ, ਇਹ ਚਤੁਰਾਈਆਂ ਕਰਦਾ ਆ ਵੀ ਕਿਵੇਂ ਨਾ ਕਿਵੇਂ ਗੁਰੂ ਦੀ ਗੱਲ ਤੋਂ ਮੈਂ ਲਾਂਭੇ ਰਵਾਂ। ਹੈ ਜਿਹੜਾ ਗੁਰੂ ਦਾ ਹੁਕਮ ਮੰਨਦਾ ਹੈ, ਗੁਰੂ ਨੇ ਬਚਨ ਆਖ ਦਿੱਤਾ ਤੇ ਉਹਨੇ ਖਿੜੇ ਮੱਥੇ ਪ੍ਰਵਾਨ ਕਰ ਲਿਆ। ਤਾਂ ਹੀ ਤਾਂ ਸਤਿਗੁਰੂ ਨੇ ਆਖਿਆ, ਸੋ ਸਿੱਖ ਸਖਾ ਬੰਧ ਪੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਧੰਨ ਗੁਰੂ ਹਰਿ ਸਿੰਘ ਮਹਾਰਾਜ ਜੀ ਦਾ ਜੋ ਗੁਰਤਾ ਗੱਦੀ ਪੁਰਬ ਹੈ ਪਿਆਰਿਓ, ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਵਿਖੇ ਧੰਨ ਮਾਤਾ ਨਿਹਾਲ ਕੌਰ ਜੀ ਦੀ ਕੁੱਖ ਤੋਂ ਗੁਰੂ ਹਰਿ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ 1630 ਜਨਵਰੀ ਨੂੰ ਹੋਇਆ ਹੈ। ਧਿਆਨ ਦੇਣਾ, ਡੇਟਾਂ ਕੁਝ ਇੱਧਰ ਉੱਧਰ ਇਤਿਹਾਸਕਾਰਾਂ ਲਿਖੀਆਂ, ਜਨਵਰੀ 1630 ਦੇ ਵਿੱਚ। ਤੇ ਜਿਸ ਵੇਲੇ ਗੁਰੂ ਹਰਿ ਸਿੰਘ ਮਹਾਰਾਜ ਜੀ ਦਾ ਇਤਿਹਾਸ ਪੜ੍ਹੋ ਪਿਆਰਿਓ, ਤੇ ਸਤਿਗੁਰੂ ਜੀ ਦੇ ਕੋਲੇ ਨਾ ਇੱਕ ਵਾਰੀ ਸਿੱਖ ਆਏ ਤੇ ਸਿੱਖਾਂ ਆ ਕੇ ਸਵਾਲ ਕਰ ਦਿੱਤਾ, ਮਹਾਰਾਜ ਸਤਿਗੁਰੂ ਤੁਸੀਂ ਆਖਦੇ ਹੋ ਮਨ ਜਗਾਓ, ਤੇ ਮਨ ਜਾਗਦਾ ਕਿਵੇਂ ਹੈ? ਕੀ ਨਿਸ਼ਾਨੀ ਹੈ ਮਨ ਜਾਗਣ ਦੀ? ਤੇ ਬੜਾ ਪਿਆਰਾ ਬਚਨ ਮਹਾਰਾਜ ਜੀ ਨੇ ਕੀਤਾ, ਕਹਿਣ ਲੱਗੇ ਕਿ ਜੋ ਸਿੱਖ ਗੁਰਬਾਣੀ ਭੈ ਕਰੈ, ਬਿਨ ਪ੍ਰਯਾਸ ਭਵ ਸਾਗਰ ਤਰੈ। ਜਿਹੜਾ ਸਿੱਖ, ਜੋ ਸਿੱਖ ਗੁਰਬਾਣੀ ਭੈ ਕਰੈ, ਗੁਰੂ ਦੀ ਬਾਣੀ ਦਾ ਭੈ ਰੱਖਦਾ ਆ, ਡਰ ਰੱਖਦਾ ਆ, ਔਰ ਇਹਨੂੰ ਨਿਰਮਲ ਭਉ ਬਾਣੀ ਵਿੱਚ ਆਖਿਆ ਗਿਆ। ਔਰ ਮੈਂ ਬੇਨਤੀ ਕਰਾਂ, ਡਰ ਵਕਤੀ ਨਹੀਂ ਹੁੰਦਾ। ਘਰ ਵਿੱਚ ਬੱਚਾ ਬੈਠਾ ਹੈ, ਖਾਣੀਆਂ ਨੇ ਆ ਕੇ ਆਵਾਜ਼ ਮਾਰੀ ਤੇ ਆਖਿਆ ਆ ਮੇਰੇ ਨਾਲ ਖੇਡਣ ਚੱਲ, ਤੇ ਬੱਚਾ ਆਖ ਦਵੇ ਨਹੀਂ ਅੱਜ ਨਹੀਂ ਜਾਣਾ, ਅੱਜ ਮੇਰਾ ਬਾਪ ਘਰ ਹੈ। ਇਹ ਪਿਆਰਿਓ ਡਰ ਵਕਤੀ ਹੈ। ਬਾਪ ਘਰ ਹੈ ਤੇ ਡਰ ਲੱਗ ਰਿਹਾ ਹੈ, ਤੇ ਜੇ ਬਾਪ ਘਰ ਨਹੀਂ ਤੇ ਫਿਰ ਖੇਡਣ ਚਲਿਆ ਗਿਆ। ਇੱਕ ਹੈ ਬਾਪ ਘਰ ਨਹੀਂ ਹੈ, ਪਰ ਬਾਪ ਦੇ ਬਚਨ ਯਾਦ ਨੇ ਕਿ ਬਾਪ ਆਖ ਕੇ ਗਿਆ, ਮੇਰਾ ਪਿਤਾ ਆਖ ਕੇ ਗਿਆ, ਪੁੱਤ ਤੂੰ ਪੜ੍ਹਾਈ ਕਰਨੀ ਹੈ, ਤੂੰ ਬਾਹਰ ਖੇਡਣ ਨਹੀਂ ਜਾਣਾ। ਬਾਪ ਘਰ ਨਹੀਂ ਸੀ, ਹਾਣੀ ਆਏ, ਆਵਾਜ਼ ਮਾਰੀ, ਆਖਿਆ ਆ ਖੇਡਣ ਚਲੀਏ, ਤੇ ਅੱਗੋਂ ਹਾਣੀਆਂ ਨੂੰ ਜਵਾਬ ਦੇ ਦਿੱਤਾ, ਨਹੀਂ ਮੇਰੇ ਪਿਤਾ ਜੀ ਨੇ ਮੈਨੂੰ ਰੋਕਿਆ ਤੇ ਮੈਂ ਨਹੀਂ ਜਾਣਾ। ਅਸਲ ਡਰ ਇਹ ਹੈ। ਔਰ ਇਵੇਂ ਹੀ ਬੇਨਤੀ ਕਰਾਂ, ਐਸਾ ਨਹੀਂ ਹੈ ਪਿਆਰਿਓ, ਕਈ ਵਾਰ ਕਹਿ ਦਿੰਦੇ ਨੇ ਅਜੀ ਗੁਰਦੁਆਰੇ ਨਾ ਮੰਦਾ ਨਹੀਂ ਬੋਲਣਾ ਚਾਹੀਦਾ, ਗੁਰਦੁਆਰੇ ਝੂਠ ਨਹੀਂ ਬੋਲਣਾ ਚਾਹੀਦਾ, ਗੁਰਦੁਆਰੇ ਨਸ਼ਾ ਕਰਕੇ ਨਹੀਂ ਜਾਣਾ ਚਾਹੀਦਾ, ਗੁਰਦੁਆਰੇ ਗਾਲਾਂ ਨਹੀਂ ਕੱਢਣੀਆਂ ਚਾਹੀਦੀਆਂ। ਤੇ ਮੈਂ ਫਿਰ ਉਹਨਾਂ ਨੂੰ ਪੁੱਛ ਹੀ ਲੈਣਾ, ਭਾਈ ਸਾਹਿਬ ਮੈਨੂੰ ਦੱਸਿਓ ਵੀ ਚਾਰ ਦੀਵਾਰੀ ਤੋਂ ਬਾਹਰ ਜਾ ਕੇ ਸਾਰਾ ਕੁਝ ਕਰ ਲਈਏ? ਇਹਦਾ ਮਤਲਬ ਇਹ ਹੋਇਆ ਫਿਰ? ਨਹੀਂ ਪਿਆਰਿਓ, ਗੁਰੂ ਦਾ ਭੈ ਹੈ ਕਿ ਗੁਰੂ ਦੇ ਬਚਨ ਯਾਦ ਨੇ ਤੇ ਜੀਵਨ ਦੀ ਰਹਿਣੀ ਬਹਿਣੀ ਕਹਿਣੀ ਸਹਿਣੀ ਸਾਰੀ ਗੁਰੂ ਸੋਚ ਅਨੁਸਾਰ ਹੋਵੇ। ਇਹਨੂੰ ਆਖਿਆ ਗੁਰੂ ਦਾ ਭੈ। ਤਾਂ ਮਹਾਰਾਜ ਕਹਿ ਲਗੇ, ਜੋ ਸਿੱਖ ਗੁਰਬਾਣੀ ਭੈ ਕਰੈ, ਬਿਨ ਪ੍ਰਯਾਸ ਭਵ ਸਾਗਰ ਤਰੈ। ਜਿਹੜਾ ਸਿੱਖ ਗੁਰੂ ਦੀ ਭਾਣੇ ਵਿੱਚ ਚੱਲਦਾ ਹੈ, ਗੁਰੂ ਦੇ ਭੈ ਵਿੱਚ ਚੱਲਦਾ ਹੈ, ਉਹਨੂੰ ਕੋਈ ਬਹੁਤੇ ਯਤਨ ਕਰਨ ਦੀ ਲੋੜ ਨਹੀਂ, ਉਹ ਸੰਸਾਰਿਕ ਭਵ ਸਾਗਰ ਤੋਂ ਤਰ ਜਾਏਗਾ। ਤੇ ਮਹਾਰਾਜ ਕਹਿ ਲਗੇ, ਜਿਨ ਭੈ ਅਦਬ ਨਾ ਬਾਣੀ ਧਾਰਾ, ਜਾਨੋ ਸੋ ਸਿੱਖ ਨਹੀਂ ਹਮਾਰਾ। ਉਹ ਮੇਰਾ ਸਿੱਖ ਨਹੀਂ ਹੋ ਸਕਦਾ ਜਿਹੜਾ ਗੁਰੂ ਦੀ ਬਾਣੀ ਦਾ ਭੈ ਨਹੀਂ ਰੱਖਦਾ, ਗੁਰੂ ਦੀ ਬਾਣੀ ਤੇ ਵਿਸ਼ਵਾਸ ਨਹੀਂ ਬਣਿਆ। ਤੇ ਮਹਾਰਾਜ ਜੀ ਨੇ ਆਖ ਦਿੱਤਾ, ਕਹਿ ਲਗੇ ਮਨ ਜਾਗੈ ਕੀ ਇਹ ਨਿਸ਼ਾਨੀ। ਆ ਮਨ ਜਾਗਣ ਦੀ ਨਿਸ਼ਾਨੀ ਹੋਵੇਗੀ ਕਦੋਂ? ਮਿੱਠੀ ਲਾਗੈ ਪਿਰਹਿ ਕੀ ਬਾਣੀ। ਜਦੋਂ ਗੁਰੂ ਦੀ ਬਾਣੀ ਮਿੱਠੀ ਲੱਗਣ ਲੱਗ ਗਈ, ਜਦੋਂ ਇਹਨਾਂ ਕੰਨਾਂ ਵਿੱਚ ਮੰਦੇ ਗੀਤ ਨਹੀਂ,
ਜਦੋਂ ਇਹਨਾਂ ਕੰਨਾਂ ਨੂੰ ਭੁੱਖ ਪੈ ਗਈ ਕਿ ਸ਼ਾਮ ਵੇਲਾ ਹੋਇਆ, ਮੈਂ ਸੋਦਰ ਦਾ ਪਾਠ ਕਰ ਲਵਾਂ, ਅੰਮ੍ਰਿਤ ਵੇਲਾ ਹੋ ਗਿਆ, ਮੈਂ ਉੱਠ ਕੇ ਬਾਣੀ ਦਾ ਜਾਪ ਕਰਾਂ, ਮੈਂ ਗੁਰੂ ਦਾ ਕੀਰਤਨ ਸੁਣ ਲਵਾਂ। ਸਤਿਗੁਰੂ ਕਹਿਣ ਲੱਗੇ ਮਨ ਜਾਗ ਜਾਂਦਾ ਹੈ। ਮਹਾਰਾਜ ਜੀ ਨੇ, ਸਤਿਗੁਰੂ ਜੀ ਦੇ ਗੁਰੂ ਹਰਿ ਸਾਹਿਬ ਮਹਾਰਾਜ ਜੀ ਦੇ ਜੀਵਨ ਦੇ ਵਿੱਚ ਬੇਅੰਤ ਐਸੀਆਂ ਸਾਖੀਆਂ ਆਉਂਦੀਆਂ। ਇੱਕ ਵਾਰ ਨਾ ਸਿੱਖ ਆਏ ਸਤਿਗੁਰੂ ਕੋਲੇ, ਭਾਈ ਚਾਜੂ ਜੀ, ਭਾਈ ਮੁਕੰਦਾ ਜੀ, ਭਾਈ ਕੇਦਾਰਾ ਜੀ, ਇਤਿਹਾਸ ਵਿੱਚ ਜ਼ਿਕਰ ਆਇਆ ਉਹਨਾਂ ਦਾ। ਉਹ ਆ ਕੇ ਮਹਾਰਾਜ ਨੂੰ ਆਖਦੇ ਨੇ, ਗੁਰੂ ਹਰਿ ਸਾਹਿਬ ਮਹਾਰਾਜ, ਸਤਿਗੁਰੂ ਤੁਸੀਂ ਆਖਦੇ ਹੋ ਬਾਣੀ ਪੜ੍ਹੋ ਜੀਵਨ 'ਚ ਆਨੰਦ ਬਣ ਜਾਂਦਾ ਹੈ, ਬਾਣੀ ਪੜ੍ਹੋ ਜੀਵਨ 'ਚ ਤਬਦੀਲੀ ਆ ਜਾਂਦੀ ਹੈ। ਪਰ ਸਤਿਗੁਰੂ ਸੱਚ ਤੇ ਅਸੀਂ ਬਾਣੀ ਤਾਂ ਪੜ੍ਹਦੇ ਹਾਂ, ਪਰ ਸਾਨੂੰ ਤੇ ਕੋਈ ਫਰਕ ਕੋਈ ਨਹੀਂ ਲੱਗਦਾ। ਗੁਰੂ ਹਰਿ ਸਾਹਿਬ ਮਹਾਰਾਜ ਜੀ ਨੇ ਬੜਾ ਪਿਆਰਾ ਸਮਝਾਇਆ ਉਹਨਾਂ। ਮਹਾਰਾਜ ਕਹਿ ਲਗੇ ਕਰਦੇ ਕੀ ਹੋ? ਕਹਿੰਦੇ ਮਹਾਰਾਜ ਅਸੀਂ ਗਵਾਲੇ ਹਾਂ। ਗਵਾਲੇ ਤੋਂ ਭਾਵ ਦੁੱਧ ਵੇਚਣ ਵਾਲੇ, ਗੁੱਜਰਾਂ। ਤੇ ਸਤਿਗੁਰੂ ਜੀ ਕਹਿਣ ਲੱਗੇ ਕਿ ਇੱਕ ਗੱਲ ਦੱਸੋ ਵੀ ਜਦ ਤੁਸੀਂ ਬਾਣੀ ਕਦੋਂ ਪੜ੍ਹਦੇ ਹੋ? ਕਹਿੰਦਾ ਮਹਾਰਾਜ ਜਦੋਂ ਟਾਈਮ ਲੱਗ ਜਾਏ ਉਦੋਂ ਪੜ੍ਹ ਲੈਂਦੇ ਹਾਂ। ਸਤਿਗੁਰੂ ਕਹਿਣ ਲੱਗੇ ਚਲੋ ਇਹ ਦੱਸੋ ਹੁਣ ਮੈਨੂੰ ਵੀ ਮੰਨ ਲਓ ਵੀ ਤੁਹਾਨੂੰ ਕਿਤੇ ਵਾਂਢੇ ਜਾਣਾ ਪੈ ਜਾਏ, ਕਿਤੇ ਰਿਸ਼ਤੇਦਾਰੀ 'ਚ ਜਾਣਾ ਪੈ ਜਾਏ, ਤੇ ਫਿਰ ਮਗਰੋਂ ਪਸ਼ੂਆਂ ਦੇ ਜਿਹੜਾ ਉਹਨਾਂ ਨੂੰ ਦਾਣਾ ਪੱਠਾ ਟਾਈਮ ਨਾਲ ਪਾਉਂਦੇ ਹੋ ਜਾਂ ਰਹਿਣ ਦਿੰਦੇ ਹੋ? ਕਹਿੰਦੇ ਨਹੀਂ ਮਹਾਰਾਜ ਟਾਈਮ ਨਾਲ ਪਾਉਂਦੇ ਆ। ਕਹਿੰਦੇ ਜਿੱਦਣ ਫਿਰ ਤੁਸੀਂ ਬਾਹਰ ਚਲੇ ਜਾਓ ਕਿਤੇ ਉਹਨਾਂ ਦੀਆਂ ਧਾਰਾਂ ਕੱਢਦੇ ਨਹੀਂ? ਕਹਿੰਦੇ ਕੱਢਦੇ ਆ। ਕਹਿੰਦੇ ਮਹਾਰਾਜ ਇਹ ਤਾਂ ਭੁੱਲ ਹੀ ਨਹੀਂ ਸਕਦੇ, ਕੰਮ ਹੈ ਨਾ, ਇਹਦੇ ਬਿਨਾਂ ਤੇ ਘਰ ਦਾ ਗੁਜ਼ਾਰਾ ਨਹੀਂ ਹੈ। ਸਤਿਗੁਰੂ ਉਹ ਤੇ ਟਾਈਮ ਨਾਲ ਹੀ ਕਰਨਾ ਪੈਂਦਾ ਹੈ। ਤੇ ਗੁਰੂ ਹਰਿ ਸਾਹਿਬ ਮਹਾਰਾਜ ਕਹਿ ਲਗੇ ਸੰਸਾਰਕ ਕੰਮ ਕਰਨੇ ਬਹੁਤ ਜ਼ਰੂਰੀ ਨੇ, ਇਹਦੇ ਬਿਨਾਂ ਵੀ ਆਹਰ ਨਹੀਂ ਹੈ। ਪਰ ਇੱਕ ਗੱਲ ਪੁੱਛਦਾ ਹਾਂ ਵੀ ਆਹ ਸੰਸਾਰਕ ਕੰਮ ਤੇ ਕੰਮ ਨੇ, ਤੇ ਫਿਰ ਬਾਣੀ ਜਦੋਂ ਜੀ ਲੱਗੇ ਪੜ੍ਹ ਲੈਂਦੇ ਆ, ਇਹਦਾ ਮਤਲਬ ਤੁਸੀਂ ਬਾਣੀ ਨੂੰ ਕੰਮ ਤੋਂ ਵੀ ਵੱਧ ਤਬਦੀਲੀ ਨਹੀਂ, ਵੀ ਇਹ ਕੋਈ ਕੰਮ ਹੀ ਨਹੀਂ ਹੈ, ਇਹ ਵਿਹਲਿਆਂ ਦਾ ਕੰਮ ਮਤਲਬ ਸਮਝ ਲਿਆ ਸੀ। ਮਹਾਰਾਜ ਕਹਿ ਲੱਗੇ ਨਹੀਂ। ਤੇ ਦੂਜੀ ਗੱਲ ਇਹ ਦੱਸੋ ਵੀ ਬਾਣੀ, ਕਹਿੰਦੇ ਮਹਾਰਾਜ ਹੱਥ ਤੇ ਗੁਟਕਾ ਸਾਹਿਬ ਰੱਖਦੇ ਆ, ਬਾਣੀ ਪੜ੍ਹ ਲੈਂਦੇ ਆ। ਸਤਿਗੁਰੂ ਕਹਿ ਲੱਗੇ ਬਾਣੀ ਪੜ੍ਹਨਾ ਹੀ ਨਹੀਂ ਹੈ। ਕਹਿੰਦੇ ਨਾ ਮਹਾਰਾਜ ਜੀ ਦੇ ਬਚਨ, ਕਹਿ ਲੱਗੇ ਇਹ ਨਹੀਂ ਹੈ, ਬਾਣੀ ਨੂੰ ਪੜ੍ਹਨਾ ਹੈ ਕਿ ਗੁਰੂ ਬਾਣੀ ਵਿੱਚ ਕੀ ਆਖਦੇ ਨੇ ਤੇ ਮੈਂ ਕੀ ਕਰਦਾ ਆ। ਜਦੋਂ ਇਸ ਬਿਰਤੀ ਨਾਲ ਬਾਣੀ ਪੜਾਂਗੇ ਜੀਵਨ ਵਿੱਚ ਤਬਦੀਲੀ ਉਦੋਂ ਹੈ। ਮਹਾਰਾਜ ਜੀ ਦਾ ਬਚਨ ਹੈ, ਜਿਮ ਘਰ ਕੇ ਤੁਮ ਕਾਜ ਸੁਧਾਰੇ, ਤਿਆਗੋ ਨਾਹੀ ਲੱਗੇ ਪਿਆਰੇ। ਕਹਿੰਦੇ ਜਿਵੇਂ ਘਰ ਦੇ ਕੰਮ ਕਾਜ ਬੰਦਾ ਕਰਦਾ ਹੈ ਉਹ ਛੱਡਦਾ ਨਹੀਂ, ਬੜੇ ਪਿਆਰੇ ਲੱਗਦੇ ਨੇ, ਉਹ ਜ਼ਰੂਰੀ ਕਰਦਾ ਹੈ। ਕਹਿ ਲਗੇ ਜਿਮ ਕਰਕੇ ਤੁਮ ਕਾਜ ਸੁਧਾਰੇ, ਤਿਆਗੋ ਨਾਹੀ ਲੱਗੋ ਪਿਆਰੇ, ਤਥਾ ਪ੍ਰੀਤ ਧਰੋ ਗੁਰਬਾਣੀ। ਕਹਿੰਦੇ ਇਵੇਂ ਹੀ ਨਾ ਗੁਰੂ ਦੀ ਬਾਣੀ ਨਾਲ ਵੀ ਪਿਆਰ ਪਾ, ਵੀ ਜੇ ਮੇਰਾ ਡਿਊਟੀ ਤੇ ਜਾਣਾ ਜ਼ਰੂਰੀ ਹੈ, ਜੇ ਮੇਰਾ ਕੰਮ ਕਰਨਾ ਜ਼ਰੂਰੀ ਹੈ, ਤੇ ਮੇਰਾ ਨਿਤਨੇਮ ਕਰਨਾ ਵੀ ਬਹੁਤ ਜ਼ਰੂਰੀ ਹੈ। ਤਥਾ ਪ੍ਰੀਤ ਧਰੋ ਗੁਰਬਾਣੀ, ਪੜਨ ਸੁਣਨ ਕੀ ਰੁਚ ਮਨ ਠਾਣੀ। ਗੁਰੂ ਦੀ ਬਾਣੀ ਨੂੰ ਸੁਣਨਾ, ਗੁਰੂ ਦੀ ਬਾਣੀ ਨੂੰ ਪੜਨਾ, ਤੇਰੇ ਅੰਦਰ ਇਹ ਰੁਚੀ ਪੈਦਾ ਹੋਣੀ ਚਾਹੀਦੀ ਹੈ। ਪੜਨ ਸੁਣਨ ਕੀ ਰੁਚ ਮਨ ਠਾਣੀ। ਤੇ ਕਹਿੰਦੇ ਗੱਲ ਇੱਥੇ ਨਹੀਂ ਮੁੱਕਦੀ, ਕਿਆ ਗੁਰ ਕਹਿ ਕਰੇ ਹਮ ਕਿਆ। ਨਾਲ ਨਾਲ ਇਹ ਵੀ ਵਾਚਨ ਹੈ ਗੁਰੂ ਜੀ ਬਾਣੀ ਵਿੱਚ ਮੈਨੂੰ ਕੀ ਕਹਿ ਰਹੇ ਨੇ ਤੇ ਮੈਂ ਕਰਦਾ ਕੀ ਆ। ਕਹਿ ਲਗੇ ਕਿਆ ਗੁਰ ਕਹਿ ਕਰੇ ਹਮ ਕਿਆ, ਸਹਿਜ ਸਹਿਜ ਮੋਰੂ ਮਨਮਾ। ਹੌਲੀ ਹੌਲੀ ਇਸ ਮਨ ਨੂੰ ਬਦਲਣਾ ਹੈ, ਇਹ ਬਾਣੀ ਨੂੰ ਪੜ੍ਹਨਾ ਹੈ। ਤੇ ਨਹੀਂ ਤੇ ਸਤਿਗੁਰੂ ਜੀ ਨੇ ਆਖ ਦਿੱਤਾ ਕਿ ਜਿਹੜਾ ਮਨਮੁਖ ਹੈ ਭਾਣਾ ਨਾ ਮੰਨੇ, ਉਹ ਗੁਰੂ ਦਾ ਭਾਣਾ। ਇੱਕ ਬੇਨਤੀ ਕਰਾਂ ਪਿਆਰਿਓ, ਜਿਹੜਾ ਭਾਣਾ ਲਫ਼ਜ਼ ਹੈ ਨਾ, ਆਮ ਤੌਰ ਤੇ ਅਸੀਂ ਕਿੱਥੇ ਵਰਤਦੇ ਆ? ਜਿੱਥੇ ਸਾਡੀ ਪੇਸ਼ ਨਹੀਂ ਜਾਂਦੀ ਉੱਥੇ ਆਖ ਦਿੰਦੇ ਆ ਚਲੋ ਜੀ ਰੱਬ ਦਾ ਭਾਣਾ, ਜਾਂ ਕੋਈ ਸੰਸਾਰਕ ਤੌਰ ਤੇ ਚੜ੍ਹਾਈ ਕਰ ਗਿਆ ਤੇ ਅਸੀਂ ਕਹਿ ਦਿੰਦੇ ਆ ਜੀ ਰੱਬ ਦਾ ਭਾਣਾ ਹੈ। ਪਰ ਬੇਨਤੀ ਕਰਾਂ, ਭਾਣੇ ਦਾ ਅਰਥ ਮਜਬੂਰੀ ਨਹੀਂ ਹੈ ਵੀ ਜਿੱਥੇ ਸਾਡੀ ਪੇਸ਼ ਨਾ ਚੱਲੀ ਤੇ ਕਹਿ ਦਿੱਤਾ ਭਾਣਾ। ਇਹ ਸੱਚ ਹੈ ਨਾ, ਸੰਸਾਰਿਕ ਤੌਰ ਤੇ ਬੰਦਾ ਕੋਈ ਕੰਮ ਕਰੇ, ਜੇ ਤੇ ਬਿਜ਼ਨਸ ਪੈਸਾ ਲਾਇਆ, ਬਿਜ਼ਨਸ ਸਟੈਂਡ ਹੋ ਗਿਆ, ਫਿਰ ਤੇ ਕਹਿੰਦਾ ਮੈਂ ਰਾਤਾਂ ਝਾਕੀਆਂ, ਮੈਂ ਇੰਨਾ ਪੈਸਾ ਲਾਇਆ, ਮੈਂ ਮਿਹਨਤ ਬੜੀ ਕੀਤੀ ਜੀ, ਤੇ ਮੈਨੂੰ ਪਤਾ ਮੇਰਾ ਬਿਜ਼ਨਸ ਕਿਵੇਂ ਖੜਾ ਹੋਇਆ। ਤੇ ਜੇ ਕਿਤੇ ਪੈ ਜਾਏ ਘਾਟਾ ਤੇ ਫਿਰ ਨਹੀਂ ਕਹਿੰਦਾ ਵੀ ਮੈਨੂੰ ਤੇ ਕੰਮ ਦਾ ਪਤਾ ਹੀ ਕੋਈ ਨਹੀਂ ਸੀ, ਮੈਂ ਤਾਂ ਐਵੇਂ ਹੀ ਪੰਗਾ ਲੈ ਲਿਆ। ਫਿਰ ਇਹ ਪਤਾ ਕਹਿੰਦਾ ਚਲੋ ਜੋ ਰੱਬ ਨੂੰ ਮਨਜ਼ੂਰ ਸੀ। ਇਹਦਾ ਮਤਲਬ ਇਹ ਹੋਇਆ ਵੀ ਚੰਗਾ ਕੀਤਾ ਤੇ ਮੈਂ ਕੀਤਾ, ਮਾੜਾ ਕੀਤਾ ਤੇ ਰੱਬ ਦੋਸ਼ੀ ਬਣਾ ਦਿੱਤਾ। ਨਹੀਂ ਪਿਆਰਿਓ, ਭਾਣੇ ਦਾ ਲਫ਼ਜ਼ੀ ਅਰਥ ਹੈ ਰਜਾ। ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਜੰਮਣਾ ਵੀ ਜੇ ਮਰਨਾ ਭਾਣਾ ਹੈ
ਤੇ ਜੰਮਣਾ ਵੀ ਭਾਣਾ ਹੈ। ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਬਚਨ ਪੜ੍ਹੀਏ, ਜਾ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ। ਧਿਆਨ ਦੇਣਾ, ਕਿਸੇ ਦਾ ਸੰਸਾਰ ਤੇ ਆਉਣਾ ਵੀ ਭਾਣਾ ਹੈ। ਭਾਵ ਭਾਣੇ ਦਾ ਅਰਥ ਹੈ ਰਜ਼ਾ ਵਿੱਚ ਰਹਿਣ ਵਾਲਾ, ਭਾਣੇ ਦਾ ਅਰਥ ਹੈ ਹੁਕਮ। ਤੇ ਮਹਾਰਾਜ ਕਹਿਣ ਲੱਗੇ ਕਿ ਜਿਹੜਾ ਮਨਮੁਖ ਹੈ ਨਾ, ਭਾਣਾ ਨਾ ਮੰਨੇ, ਇਹ ਗੁਰੂ ਦੀ ਰਜ਼ਾ 'ਚ ਰਹਿਣਾ ਪ੍ਰਵਾਨ ਨਹੀਂ ਕਰਦਾ, ਬਹੁਤ ਦੁੱਖ ਪਾਈ ਇਹ ਦੁੱਖ ਪਾਉਂਦਾ ਹੈ। ਰਜ਼ਾ ਦੀ ਗੱਲ ਹੀ ਹੈ ਨਾ ਪਿਆਰਿਓ, ਕਿ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਹੁਣ ਵੀ ਜਿਤ ਪੀਤਾ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੇ, ਖਸਮੋਂ ਧੱਕੇ ਖਾਏ, ਝੂਠਾ ਮਦ ਮੂਲ ਨਾ ਪੀਚਈ, ਜੇਕਾ ਪਾਰ ਵਸਾਏ। ਕਿ ਪਿਆਰਿਆ ਤੂੰ ਆ ਸ਼ਰਾਬ ਨਹੀਂ ਪੀਣੀ, ਇਹ ਤੇਰੀ ਮਤ ਦੂਰ ਕਰ ਦੇਗੀ, ਤੈਨੂੰ ਆਪਣੇ ਬਗਾਨੇ ਦੀ ਪਛਾਣ ਨਹੀਂ ਰਹੇਗੀ। ਤੂੰ ਜਿਹੜਾ ਨਸ਼ਾ ਕਰੇਗਾ ਤੇਰੀ ਮਤ ਮਾਰੀ ਜਾਏਗੀ ਤੇ ਤੂੰ ਬਿਮਾਰੀਆਂ ਦਾ ਆਦੀ ਹੋ ਜਾਏਗਾ। ਤੇ ਹੁਣ ਬੰਦਾ ਸ਼ਰਾਬ ਪੀ ਜਾਏ, ਨਸ਼ੇ ਕਰੀ ਜਾਏ, ਸਰੀਰ ਬਿਮਾਰ ਹੋ ਜਾਏ, ਦੁੱਖ ਪੈ ਜਾਣ, ਕਿਡਨੀਆਂ ਫੇਲ ਹੋ ਜਾਣ, ਤੇ ਫਿਰ ਬੰਦਾ ਚੜ੍ਹਾਈ ਕਰ ਜਾਏ, ਤੇ ਫਿਰ ਬੰਦਾ ਕਵੇ ਨਹੀਂ ਜੀ ਰੱਬ ਸਾਡਾ ਵੈਰੀ। ਰੱਬ ਥੋੜੀ ਨਾ ਵੈਰੀ ਹੈ। ਗੁਰੂ ਦੇ ਭਾਣੇ ਵਿੱਚ ਨਹੀਂ ਰਿਹਾ, ਦੁੱਖ ਤਾਂ ਆਉਣਗੇ ਹੀ ਨਾ ਪਿਆਰਿਓ। ਜੇ ਗੁਰੂ ਦੇ ਹੁਕਮ ਵਿੱਚ ਨਹੀਂ, ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜੋ ਕੰਚਨ ਸੁਹਾਗਾ ਢਾਲੈ। ਤਾਂ ਸਤਿਗੁਰੂ ਮਹਾਰਾਜ ਕਹਿ ਲਗੇ ਭਾਣਾ ਨਾ ਮੰਨੇ, ਇਹ ਗੁਰੂ ਦੀ ਰਜ਼ਾ ਨਹੀਂ ਮੰਨਦਾ, ਬਹੁਤ ਦੁੱਖ ਪਾਈ, ਭਰਮੇ ਭੂਲਾ ਆਵੈ ਜਾਏ, ਘਰ ਮਹਿਲ ਨ ਕਬਹੂ ਪਾਇੰਦਾ। ਭਰਮ ਵਿੱਚ ਪਿਆ ਰਹਿੰਦਾ। ਭਰਮ ਕੀ ਹੈ? ਭਰਮ ਹੈ ਅਸਲੀਅਤ ਤੋਂ ਦੂਰ ਹੋ ਜਾਣਾ। ਝੂਠ ਬਾਤ ਸਾ ਸੱਚ ਕਰ ਜਾਤੀ, ਸਤ ਹੋਵਨ ਮਨ ਲੱਗੈ ਨਾ ਰਾਤੀ, ਬਾਵੈ ਮਾਰਗ ਟੇਢੇ ਚੱਲਣਾ, ਸਿੱਧਾ ਛੋੜ ਅਪੂਠਾ ਬਣਨਾ। ਗੁਰੂ ਸਿੱਧੇ ਬੰਨੇ ਤੋਰੇ, ਇਹ ਪੁੱਠੇ ਬੰਨੇ ਤੁਰਦਾ ਹੈ। ਝੂਠ ਬਾਤ, ਝੂਠੀ ਗੱਲ ਸੱਚੀ ਲੱਗ ਰਹੀ ਹੈ ਜੀ, ਮੜੀਆਂ ਕਬਰਾਂ ਮਸਾਣਾ ਬਿੱਲੀ ਪੰਡਤ ਇਹ ਸੱਚੇ ਲੱਗਦੇ ਹੈ। ਝੂਠ ਬਾਤ ਸਾ ਸੱਚ ਕਰ ਜਾਤੀ, ਸਤ ਹੋਵਨ ਮਨ ਲੱਗਾ ਨਾ ਰਾਤੀ। ਗੁਰੂ ਸੱਚ ਆਖਦਾ ਆ। ਗੁਰੂ ਆਖਦਾ ਸਿੱਖਾ ਤੂੰ ਕਿਸੇ ਦੁਬਦਾ ਵਿੱਚ ਨਹੀਂ ਪੈਣਾ, ਕਿਸੇ ਮੜੀਆਂ ਮਸਾਣਾ ਕਬਰਾਂ ਤੇ ਨਹੀਂ ਜਾਣਾ, ਤੂੰ ਕਿਸੇ ਜੋਤਸ਼ੀ ਕੋਲੇ ਨਹੀਂ ਜਾਣਾ, ਇੱਕ ਬਿੱਲੀ ਦੇ ਭੈ ਵਿੱਚ ਤੂੰ ਨਹੀਂ ਜੀਣਾ, ਤੈਨੂੰ 7 ਮਿਰਚਾਂ ਨਿੰਬੂ ਦੀ ਲੋੜ ਨਹੀਂ ਹੈ। ਪਰ ਇਹ ਮੰਨੇ ਹੀ ਨਾ। ਝੂਠ ਬਾਤ ਸਾ ਸੱਚ ਕਰ ਜਾਤੀ, ਝੂਠੀਆਂ ਗੱਲਾਂ ਨੂੰ ਸੱਚਾ ਹੀ ਮੰਨੀ ਬੈਠਾ ਹੈ। ਸਤ ਹੋਵਨ ਮਨ ਲੱਗਾ ਨਾ ਰਾਤੀ, ਸੱਚੀ ਗੁਰੂ ਦੀ ਗੱਲ ਮਨ ਨੂੰ ਛੂੰਹਦੀ ਕੋਈ ਨਹੀਂ ਹੈ। ਬਾਵੇ ਮਾਰਗ ਟੇਢੇ ਚੱਲਣਾ, ਗੁਰੂ ਤੈਨੂੰ ਸਿੱਧੇ ਬੰਨੇ ਤੋਰਨਾ ਚਾਹੁੰਦਾ, ਤੂੰ ਹਮੇਸ਼ਾ ਪੁੱਠੇ ਬੰਨੇ ਤੁਰਨਾ ਚਾਹੁੰਦਾ। ਬਾਵੇ ਮਾਰਗ ਟੇਢੇ ਚੱਲਣਾ, ਸਿੱਧਾ ਛੋੜ ਅਪੂਠਾ ਬਣਨਾ। ਸਿੱਧਾ ਮਾਰਗ ਛੱਡ ਕੇ ਗੁਰੂ ਦੀ ਬਾਣੀ ਪੜ, ਗੁਰੂ ਕੀ ਆਖਦਾ ਆ ਉਹਨੂੰ ਜੀਵਨ ਚ ਕਮਾ, ਤੇਰੇ ਜੀਵਨ ਚ ਆਨੰਦ ਆਏਗਾ। ਉਹ ਛੱਡ ਕੇ ਇਹ ਸੋਚਦਾ ਹੈ ਵੀ ਸ਼ਾਇਦ ਮੈਂ ਕਿਸੇ ਕੋਲੇ ਜਾਵਾਂ ਤੇ ਰੋਟੀ ਉਹ ਖਾਏਗਾ ਤੇ ਭੁੱਖ ਮੇਰੀ ਮਿਟ ਜਾਏਗੀ। ਅਸੀਂ ਇਹ ਸੋਚੀ ਬੈਠੇ ਨਹੀਂ, ਬਾਣੀ ਤੇ ਆਪ ਪੜਿਆ ਹੀ ਆਨੰਦ ਬਣਨਾ ਹੈ। ਤਾਂ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਇਹ ਭਰਮ ਵਿੱਚ ਪਿਆ ਰਹਿੰਦਾ। ਮਾਧੋ ਕਿਆ ਕਹੀਏ ਭ੍ਰਾਮੇ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਜੋ ਹੈ ਉਹ ਤੈਨੂੰ ਦਿਖਦਾ ਕੋਈ ਨਹੀਂ, ਜੋ ਨਹੀਂ ਹੈ ਉਹ ਤੂੰ ਕਰਮ ਕਰੀ ਜਾਣਾ। ਸਤਿਗੁਰੂ ਕਹਿ ਲੱਗੇ ਇਹ ਭਰਮ ਹੈ। ਇਹਨੂੰ ਮਹਾਰਾਜ ਨੇ ਇੰਜ ਵੀ ਆਖਿਆ, ਭਰਮੇ ਭੂਲਾ ਸਾਕਤ ਫਿਰਤਾ, ਨੀਰ ਬਰੋਲੇ ਖੱਪ ਖੱਪ ਮਰਤਾ। ਭਰਮ ਵਿੱਚ ਪਿਆ ਹੋਇਆ ਬੰਦਾ, ਇਹਦੀ ਹਾਲਾਤ ਬਣ ਜਾਂਦੀ ਹੈ ਜਿਵੇਂ ਪਾਣੀ ਨੂੰ ਰਿੜਕਿਆ ਜਾਵੇ, ਉਹਦੇ ਵਿੱਚੋਂ ਮੱਖਣ ਪ੍ਰਾਪਤ ਨਹੀਂ ਹੁੰਦਾ। ਇਹ ਸਾਰੀ ਜ਼ਿੰਦਗੀ ਉਹ ਕੰਮ ਕਰੀ ਜਾਂਦਾ ਜਿਹਦੇ ਤੋਂ ਗੁਰੂ ਰੋਕਦਾ, ਤਾਂ ਫਿਰ ਜੀਵਨ ਵਿੱਚ ਵਿਕਾਸ ਕਿਵੇਂ ਹੋਏਗਾ, ਤਬਦੀਲੀ ਕਿਵੇਂ ਹੋਏਗੀ। ਤਾਂ ਮਹਾਰਾਜ ਕਹਿ ਲੱਗੇ ਘਰ ਮਹਿਲ ਨਾ ਕਬਹੂ ਪਾਇੰਦਾ, ਇਹ ਕਦੀ ਵੀ ਗੁਰੂ ਦੀ ਦਰ ਦੀ ਪ੍ਰਾਪਤੀ ਨਹੀਂ ਕਰ ਸਕਦਾ, ਇਹਦੀ ਕਦੀ ਗੁਰੂ ਨਾਲ ਸਾਂਝ ਪੈ ਹੀ ਨਹੀਂ ਸਕਦੀ। ਸਤਿਗੁਰ ਮੇਲੇ ਦੇ ਵਡਿਆਈ, ਸਤਿਗੁਰ ਕੀ ਸੇਵਾ ਧੁਰ ਫਰਮਾਈ। ਜੇ ਗੁਰੂ ਰਹਿਮਤ ਕਰ ਦਵੇ, ਗੁਰੂ ਦੀ ਬਖਸ਼ਿਸ਼ ਹੋ ਜਾਏ, ਇਹ ਗੁਰੂ ਨਾਲ ਜੁੜ ਜਾਵੇ, ਮਹਾਰਾਜ ਕਹਿ ਲੱਗੇ ਗੁਰੂ ਦੀ ਸੇਵਾ ਦੇ ਨਾਲ ਇਹਦੇ ਜੀਵਨ ਵਿੱਚ ਤਬਦੀਲੀ ਆ ਸਕਦੀ ਹੈ। ਜਦੋਂ ਗੁਰੂ ਨਾਲ ਜੁੜ ਜਾਏਗਾ, ਨਾਮ ਨਾਲ ਜੁੜ ਜਾਏਗਾ, ਮਹਾਰਾਜ ਕਹਿ ਲੱਗੇ ਕਿ ਸਤਿਗੁਰ ਸੇਵੇ ਤਾਂ ਨਾਮ ਪਾਏ, ਨਾਮੇ ਹੀ ਸੁਖ ਪਾਇੰਦਾ। ਜੇ ਗੁਰੂ ਨਾਲ ਜੁੜ ਜਾਏਗਾ, ਨਾਮ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ। ਤੇ ਜਿਹਦੇ ਕੋਲੇ ਨਾਮ ਹੋਵੇ ਸਦੀਵੀ ਸੁਖ ਉਹਦੇ ਕੋਲੇ ਹੈ। ਸੁਖ ਨਾਹੀ ਬਹੁਤਾ ਧਨ ਖਾਟੇ, ਸੁਖ ਨਾਹੀ ਪੇਖੇ ਨਿਤ ਨਾਟੇ, ਸੁਖ ਨਾਹੀ ਬਹੁ ਦੇਸ਼ ਕਮਾਏ, ਸਰਬ ਸੁਖਾਂ ਹਰ ਹਰ ਗੁਣ ਗਾਏ। ਸਾਰੇ ਸੁਖ ਮਿਲ ਜਾਂਦੇ ਨੇ
ਜਦੋਂ ਗੁਰੂ ਨਾਮ ਨਾਲ ਜੁੜਿਆ ਜਾਂਦਾ, ਬਾਣੀ ਨਾਲ ਜੁੜਿਆ ਜਾਂਦਾ, ਮਹਾਰਾਜ ਕਹਿ ਲਗੇ ਸਭ ਨਾਮੋਂ ਉਪਜੈ। ਨਾਮ ਨਾਲ ਜੁੜਨ ਨਾਲ ਉਪਜਾ, ਉਪਜਾ ਦਾ ਅਰਥ ਹੈ ਚੰਗੇ ਗੁਣ ਜੀਵਨ ਵਿੱਚ ਆ ਜਾਂਦੇ ਨੇ। ਆਖਿਆ ਨਾ ਮਹਾਰਾਜ ਜੀ ਨੇ, ਜਪਜੀ ਸਾਹਿਬ 'ਚ ਹੀ ਪੁੱਛ ਲਓ ਸਤਿਗੁਰੂ ਜੀ ਭਗਤੀ ਕੀ ਹੈ? ਭਗਤੀ ਕੇਵਲ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਜੀਵਨ ਦੀ ਉਹ ਸਾਖੀ ਸਾਨੂੰ ਕੀ ਸਮਝਾਉਂਦੀ? ਤੁਸੀਂ ਸਾਰੇ ਹੀ ਉਹ ਇਤਿਹਾਸ ਜਾਣਦੇ ਹੋ ਕਿ ਜਦੋਂ ਸੁਲਤਾਨਪੁਰ ਦੀ ਮਸਜਿਦ ਦੇ ਵਿੱਚ ਇਕੱਠ ਹੋਇਆ ਤੇ ਮਹਾਰਾਜ ਖੜੇ ਨੇ, ਦੌਲਤ ਖਾਨ ਜਿਹੜਾ ਹੈ ਉਹ ਵੀ ਜਿਹੜਾ ਝੁਕਦਾ ਆ, ਉਹ ਵੀ ਨਮਾਜ਼ ਪੜ੍ਹਦਾ ਆ, ਕਾਜੀ ਵੀ ਪੜ੍ਹਦਾ ਆ, ਤੇ ਗੁਰੂ ਸਾਹਿਬ ਖੜੇ ਨੇ। ਤੇ ਜਿਵੇਂ ਹੀ ਨਮਾਜ਼ ਖਤਮ ਹੋਈ ਤੇ ਕਾਜੀ ਨੇ, ਦੌਲਤ ਖਾਨ ਨੇ ਆਖ ਦਿੱਤਾ, ਬਾਬਾ ਨਾਨਕ ਜੀ ਜੇ ਤੁਸੀਂ ਨਮਾਜ਼ ਨਹੀਂ ਸੀ ਅਦਾ ਕਰਨੀ ਤੇ ਸਾਡੇ ਇਸ ਧਾਰਮਿਕ ਸਥਾਨ ਤੇ ਕਾਹਦੇ ਲਈ ਆਏ? ਸਾਡੇ ਧਰਮ ਸਥਾਨ ਦੀ, ਸਾਡੇ ਧਰਮ ਗ੍ਰੰਥਾਂ ਦੀ ਤੋਹੀਨ ਹੈ। ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਆਖਿਆ ਸੀ ਕੋਈ ਤੋਹੀਨ ਨਹੀਂ, ਮੈਂ ਕਿਸੇ ਦੀ ਤੋਹੀਨ ਨਹੀਂ ਕਰ ਰਿਹਾ, ਪਰ ਇੱਕ ਗੱਲ ਹੈ, ਤੁਸੀਂ ਮੈਨੂੰ ਆਖਿਆ ਸੀ ਆਓ ਤੇ ਸਾਡੇ ਨਾਲ ਨਮਾਜ਼ ਅਦਾ ਕਰੋ, ਤੇ ਮੈਨੂੰ ਦੱਸੋ ਵੀ ਤੁਸੀਂ ਨਮਾਜ਼ ਅਦਾ ਕਰ ਰਹੇ ਸੀ। ਪਿਆਰਿਓ ਇੱਕ ਬੇਨਤੀ ਕਰਾਂ, ਇਹ ਲੋਕ ਇਮਾਨਦਾਰ ਬਹੁਤ ਸਨ। ਇਮਾਨਦਾਰੀ ਹੈ ਨਾ ਵੀ 3000 ਦਾ ਇਕੱਠ ਹੋਵੇ, ਪੂਰਾ ਸੁਲਤਾਨਪੁਰ ਮਸਜਿਦ 'ਚ ਇਕੱਠਾ ਹੋਇਆ ਹੋਵੇ ਤੇ ਬਾਬਾ ਨਾਨਕ ਆਖਦੇ ਦੌਲਤ ਖਾਨ ਤੂੰ ਨਮਾਜ਼ ਅਦਾ ਨਹੀਂ ਕੀਤੀ। ਤੇ ਦੌਲਤ ਖਾਨ ਨੇ ਕੋਈ ਸਵਾਲ ਜਵਾਬ ਕੀਤਾ ਵੀ ਨਹੀਂ ਬਾਬਾ ਜੀ ਤੁਸੀਂ ਤੇ ਸਾਰਿਆਂ ਨੂੰ ਪੁੱਛ ਲਓ, ਮੈਂ ਤਾਂ ਇੱਥੇ ਹੀ ਸੀ। ਪੜ੍ਹ ਲਓ ਇਤਿਹਾਸ ਨੂੰ। ਭਾਵਾਂ ਸਤਿਗੁਰੂ ਨੂੰ ਸੋ ਸੁਹਾਗਣ, ਭਾਵਾਂ ਵਲੀ ਕੰਧਾਰੀ, ਭਾਵਾਂ ਨੂਰ ਸ਼ਾਹ ਜਾਦੂਗਰਨੀ, ਭਾਵਾਂ ਸੱਜਣ ਠੱਗ ਕੋਈ ਵੀ ਮਿਲਿਆ, ਜਦੋਂ ਗੁਰੂ ਨਾਨਕ ਕਹਿੰਦੇ ਆ ਨਾ ਵੀ ਤੂੰ ਆ ਨਹੀਂ ਕੀਤਾ ਤੇ ਉਸੇ ਟਾਈਮ ਸਿਰ ਝੁਕਾ ਲੈਂਦੇ ਨੇ। ਇਹ ਇਮਾਨਦਾਰੀ ਹੈ, ਇਮਾਨਦਾਰੀ ਹੈ ਪਿਆਰਿਓ। ਤੇ ਜਦੋਂ ਮਹਾਰਾਜ ਨੇ ਆਖਿਆ ਦੌਲਤ ਖਾਨ ਤੂੰ ਤੇ ਕਾਬਲ ਕੰਧਾਰ ਘੋੜੇ ਵੇਚਦਾ ਸੀ, ਠੀਕ ਹੈ, ਤੂੰ ਨਮਾਜ਼ ਦਾ ਕਰਨ ਲਈ ਸਰੀਰ ਝੁਕਾਇਆ ਹੈ, ਤੇਰੀ ਜ਼ੁਬਾਨ ਫੜਫੜਾ ਰਹੀ ਸੀ, ਤੂੰ ਜ਼ੁਬਾਨ ਨਾਲ ਤੇ ਪੜ੍ਹ ਰਿਹਾ ਸੀ ਨਮਾਜ਼ ਨੂੰ, ਪਰ ਬੈਠਾ ਇੱਥੇ ਨਹੀਂ ਸੀ। ਇਹਦਾ ਮਤਲਬ ਕੀ ਹੋਇਆ? ਸਰੀਰ ਦਾ ਝੁਕ ਜਾਣਾ ਨਹੀਂ। ਇੰਜ ਵੀ ਬੇਨਤੀ ਕਰ ਦਵਾਂ, ਦੋ ਤਰ੍ਹਾਂ ਦਾ ਝੁਕਣਾ ਹੈ ਗੁਰੂ ਗ੍ਰੰਥ ਸਾਹਿਬ ਅੱਗੇ। ਇੱਕ ਝੁਕਣਾ ਹੈ ਤਨ ਵਾਲਾ, ਇੱਕ ਝੁਕਣਾ ਹੈ ਮਨ ਵਾਲਾ। ਜੇ ਤਾਂ ਕੱਲਾ ਤਨ ਝੁਕਦਾ ਹੈ ਤੇ ਮਨ ਗੁਰੂ ਦੀ ਗੱਲ ਨਹੀਂ ਮੰਨਦਾ ਤੇ ਮੈਨੂੰ ਖਿਮਾ ਕਰਿਓ, ਇਹ ਫੈਸਲਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਆ ਕਿ ਸੀਸ ਨਿਵਾਇਆ ਕਿਆ ਥੀਐ ਜਾਂ ਹਿਰਦੈ ਕਸੁੱਧੇ ਜਾਏ। ਤੇਰੇ ਪਰ ਮੱਥਾ ਟੇਕਣ ਨਾਲ ਵੀ ਕੀ ਬਣੇਗਾ? ਤੇ ਇੱਕ ਝੁਕਣਾ ਹੈ ਤੁਧ ਨੋ ਨਿਵਣ ਮੰਨਣ ਤੇਰਾ ਨਾਮ। ਜਿੱਥੇ ਸਤਿਗੁਰੂ ਜੀ ਮੈਂ ਤੁਹਾਡੇ ਚਰਨਾਂ ਵਿੱਚ ਸਰੀਰ ਕਰਕੇ ਝੁਕਦਾ, ਉੱਥੇ ਮਨ ਕਰਕੇ ਵੀ ਤੁਹਾਡੀ ਗੱਲ ਮੰਨਣ ਨੂੰ ਤਿਆਰ ਹਾਂ। ਇਹ ਝੁਕਣਾ ਪ੍ਰਵਾਨ ਹੈ। ਤਾਂ ਮਹਾਰਾਜ ਜੀ ਸਤਿਗੁਰੂ ਜੀ ਨੇ ਰਹਿਮਤਾਂ ਕੀਤੀਆਂ ਕਿ ਮਹਾਰਾਜ ਜੀ ਨੇ ਆਖ ਦਿੱਤਾ ਦੌਲਤ ਖਾਨ ਜੇ ਮਨ ਹਾਜ਼ਰ ਨਹੀਂ ਤੇ ਭਗਤੀ ਨਹੀਂ ਹੈ। ਕਾਜ਼ੀ ਤੂੰ ਵੀ ਘਰੇ ਬੈਠਾ ਸੀ, ਕਿਤੇ ਵਸ਼ੇਰੀ ਖੂਹੀ ਵਿੱਚ ਨਾ ਡਿੱਗ ਜਾਏ, ਤੇ ਤੂੰ ਵੀ ਜ਼ਬਾਨ ਤੋਂ ਹੀ ਫੜਫੜਾ ਰਿਹਾ ਸੀ। ਤੇ ਮਹਾਰਾਜ ਜੀ ਨੇ ਇਸੇ ਕਰਕੇ ਬਾਣੀ ਵਿੱਚ ਸਾਨੂੰ ਸਮਝਾ ਦਿੱਤਾ ਕਿ ਵਿਣ ਗੁਣ ਕੀਤੇ ਭਗਤ ਨਾ ਹੋਏ। ਬਿਨਾਂ ਗੁਣਾਂ ਤੋਂ ਭਗਤੀ ਨਹੀਂ ਹੈ। ਜੇ ਜੀਵਨ ਵਿੱਚ ਗੁਣ ਨਹੀਂ ਆਏ, ਕਿਸੇ ਦਾ ਭਲਾ ਕਰਨ ਦੀ ਗੱਲ ਨਹੀਂ ਆਈ, ਕਿਸੇ ਦਾ ਭਲਾ ਜਿਹੜਾ ਤੂੰ ਜੀਵਨ ਵਿੱਚ ਨਹੀਂ ਕਰ ਰਿਹਾ, ਮਹਾਰਾਜ ਕਹਿ ਲਗੇ ਗੁਣ ਕੋਈ ਨਹੀਂ ਤੇ ਭਗਤੀ ਕੋਈ ਨਹੀਂ ਹੈ। ਇਹੀ ਮਹਾਰਾਜ ਇੱਥੇ ਆਖਰੇ ਸਭ ਨਾਮੋਂ ਉਪਜੈ। ਜਦੋਂ ਬਾਣੀ ਨਾਲ ਜੁੜ ਜਾਏ ਤੇ ਫਿਰ ਕੀ ਹੁੰਦਾ ਹੈ? ਇਹਦੇ ਅੰਦਰ ਗੁਣ ਪੈਦਾ ਹੁੰਦੇ ਨੇ। ਨਾਮੋਂ ਚੀਜੈ, ਮਾਲਕ ਵਾਹਿਗੁਰੂ ਦੇ ਨਾਮ ਨਾਲ ਇਹਦੇ ਔਗਣ ਦੂਰ ਹੋ ਜਾਂਦੇ ਨੇ। ਮਹਾਰਾਜ ਕਹਿਣ ਲੱਗੇ ਕਿ ਗੁਰ ਕਿਰਪਾ ਤੇ ਮਨ ਤਨ ਭੀਜੈ। ਗੁਰੂ ਦੀਆਂ ਰਹਿਮਤਾਂ ਨਾਲ ਮਨ ਤੇ ਤਨ ਉਸ ਮਾਲਕ ਵਾਹਿਗੁਰੂ ਦੇ ਨਾਮ ਨਾਲ ਜੁੜ ਜਾਂਦਾ ਹੈ। ਮਨ ਵਿੱਚ ਵੀ ਬਾਣੀ ਹੈ ਤੇ ਤਨ ਵਿੱਚ ਵੀ ਗੁਰੂ ਦਾ ਵੇਸ ਹੈ। ਪੰਜ ਕਕਾਰੀ ਵਰਦੀ ਹੈ, ਸਾਬਤ ਸੂਰਤ ਹੈ। ਇਹ ਗੁਰੂ ਦੇ ਭਾਣੇ ਵਿੱਚ ਰਹਿਣ ਦੇ ਸਮਝ ਆ ਗਈ। ਮੇਰਾ ਗੁਰੂ ਆਖ ਰਿਹਾ ਮੈਨੂੰ ਖਿੜੇ ਮੱਥੇ ਪ੍ਰਵਾਨ ਹੈ। ਤਾਂ ਹੀ ਤਾਂ ਮਹਾਰਾਜ ਨੇ ਕਹਿ ਦਿੱਤਾ ਨਾ ਤਨ ਮਨ ਥੀਵੈ ਹਰਿਆ। ਆਪਾਂ ਰੋਜ਼ ਪੜ੍ਹਦੇ ਹਾਂ ਤਨ ਮਨ ਥੀਵੈ ਹਰਿਆ ਤੋਂ ਭਾਵ ਇਹੀ ਹੈ ਕਿ ਤਨ ਵੀ ਗੁਰੂ ਸੋਚ ਅਨੁਸਾਰ ਚੱਲਦਾ ਹੈ। ਕਿਹੜਾ? ਜਦੋਂ ਮਹਾਰਾਜ ਜੀ ਆਖਦੇ ਨੇ ਕਿ ਦੇਖ ਸਿੱਖਾ ਤੂੰ ਮਾਲਕ ਵਾਹਿਗੁਰੂ ਦੇ ਹੁਕਮ ਵਿੱਚ ਚੱਲਣਾ ਹੈ। ਆ ਅੱਖਾਂ ਮਾਲਕ ਵਾਹਿਗੁਰੂ ਦੇ ਦਰਸ਼ਨ ਕਰਨ, ਆ ਪੈਰ ਮਾਲਕ ਵਾਹਿਗੁਰੂ ਦੇ ਦਰ ਵੱਲ ਤੁਰਨ। ਆਪਾਂ ਪੜ੍ਹਦੇ ਹਾਂ ਸਤਿਗੁਰ ਪੇਖਣਾ ਸ਼੍ਰਵਣੀ ਸੁਨਣਾ ਗੁਰ ਨਾਉ, ਸਤਿਗੁਰ ਸੇਤੀ ਰਤਿਆ ਦਰਗਾਹ ਪਾਈਐ ਠਾਉ। ਗੁਰੂ ਦੇ ਹੁਕਮ ਵਿੱਚ ਅੱਖਾਂ ਹੱਥ ਪੈਰ ਇਹ ਚੱਲਣੇ। ਮਹਾਰਾਜ ਕਹਿਣ ਲੱਗੇ ਤਨ ਭਿੱਜ ਗਿਆ। ਮਨ ਵਿੱਚ ਵੀ ਸੋਚ ਚੰਗੀ, ਗੁਰੂ ਦੀ ਬਾਣੀ, ਤੇ ਤਨ ਵੀ ਉਹੀ ਕਰਮ ਕਮਾਉਂਦਾ ਹੈ। ਮਹਾਰਾਜ ਕਹਿਣ ਲੱਗੇ ਰਸਨਾ ਨਾਮ ਧਿਆਏ ਰਸ ਭੀਜੈ। ਰਸ ਹੀ ਤੇ ਰਸ ਪਾਇੰਦਾ। ਜਦੋਂ ਜ਼ੁਬਾਨ ਨਾਮ ਜਪਦੀ ਹੈ ਫਿਰ ਇਹਨੂੰ ਆਨੰਦ ਆਉਂਦਾ ਹੈ। ਇਹ ਜੀਵਨ ਦਾ ਪਹਿਲਾ ਪੜਾਅ ਆ। ਜਦੋਂ ਸਿੱਖ ਬਾਣੀ ਪੜ੍ਹਦਾ ਹੈ, ਸ਼ਬਦ ਸੁਰਤ ਦਾ ਮੇਲ ਕੀ ਹੈ ਪਿਆਰਿਓ? ਆਹੀ ਹੈ
ਕਿ ਨਹੀਂ ਕਿ ਗੁਟਕਾ ਸਾਹਿਬ ਹੱਥ ਵਿੱਚ ਲਿਆ, ਬਾਣੀ ਪੜ੍ਹ ਰਹੇ ਹਾਂ, ਪਤਾ ਹੀ ਨਹੀਂ ਲੱਗਾ ਮੰਨੇ ਵਾਲੀ ਪੌੜੀਆਂ ਕਿਵੇਂ ਲੰਘ ਗਈਆਂ, ਪਤਾ ਹੀ ਨਹੀਂ ਲੱਗਾ ਗੁਰੂ ਸਾਹਿਬ ਨੇ ਕੀ ਆਖਿਆ। ਸਾਰੀ ਉਮਰ ਜਪਜੀ ਸਾਹਿਬ ਪੜ੍ਹਦਿਆਂ ਲੰਘ ਗਈ, ਪਰ ਤਬਦੀਲੀ ਕੋਈ ਨਹੀਂ ਹੋਈ। ਇੱਕ ਪੜ੍ਹਨਾ ਹੈ